ਆਪਣੇ ਭਾਈਚਾਰੇ ਦੇ ਲੋਕ, ਪਹਿਲੀ ਗੱਲ ਤਾਂ ਉਹਨਾਂ 'ਚ ਅਵੇਅਰਨੈਸ ਬਹੁਤ ਘੱਟ ਅਕਾਊਂਟੈਂਟਸ ਨੂੰ ਲੈ ਕੇ। ਜਿੰਨੇ ਵੀ ਖਾਸ ਕਰ ਪੰਜਾਬ 'ਚ ਜ਼ਿਮੀਂਦਾਰੀ ਰਿਲੇਟਡ ਬੈਕਗਰਾਊਂਡ ਤੋਂ ਸਟੂਡੈਂਟਸ ਇੱਥੇ ਆ ਕੇ ਪੱਕੇ ਹੋਏ ਆ, ਜਾਂ ਕੋਈ ਵੀ ਮੱਧ ਵਰਗ ਦੇ ਲੋਕ ਇੱਥੇ ਪੱਕੇ ਹੋਏ ਆ, ਉਹਨਾਂ ਨੇ ਬਹੁਤ ਰੇਅਰਲੀ ਟੈਕਸ ਭਰਿਆ ਜਾਂ ਸੁਣਿਆ। ਬਟ ਐਟ ਦੀ ਐਂਡ ਆਫ ਦ ਡੇ ਜੇ ਕੁਛ ਗਲਤ ਹੁੰਦਾ ਤੁਹਾਡੇ ਨਾਲ ਤਾਂ ਸੁਣਵਾਈ ਲਾਅ ਦੀ ਹੁੰਦੀ ਹੈ। ਇੱਕ ਅਕਾਊਂਟੈਂਟ ਇਹੋ ਜਿਹਾ ਬੰਦਾ ਜਿੰਨਾ ਚਿਰ ਤੁਸੀਂ ਰਿਟਾਇਰ ਨਹੀਂ ਹੁੰਦੇ ਤੁਹਾਨੂੰ ਅਕਾਊਂਟੈਂਟ ਦੀ ਲੋੜ ਹੈ ਹੀ ਹੈ। ਮੈਂ ਇੱਕ ਕਾਮਨ ਜੀ ਗੱਲ ਸੁਣਨ ਨੂੰ ਮੈਨੂੰ ਮਿਲਦੀ ਰਹਿੰਦੀ ਆ ਅਕਸਰ, ਮੈਨੂੰ ਹੁਣ ਤਾਂ ਚਲੋ ਸਮਝ ਆ ਗਈ ਆ ਜੇ ਬਿਜ਼ਨਸ 'ਚ ਪੈ ਕੇ ਪਿਛਲੇ 5-7 ਸਾਲਾਂ ਤੋਂ, ਨਹੀਂ ਇਹ ਗੱਲ ਆਉਂਦੀ ਹੈ ਵੀ ਫਲਾਨੇ ਅਕਾਊਂਟੈਂਟ ਕੋਲੇ ਜਾਂਦੇ ਹੁੰਦੇ ਤੇ ਉਹ ਬਾਹਲੇ ਪੈਸੇ ਮੜਵਾ ਦਿੰਦਾ। ਇਹ ਕੀ ਫੰਡਾ ਹੈ? ਲੀਗਲ ਆਪਸ਼ਨਸ ਬਹੁਤ ਜ਼ਿਆਦਾ ਹੁੰਦੀਆਂ, ਪਰ ਆਪਣੇ ਭਾਈਚਾਰੇ ਦੇ ਲੋਕ ਸੁਣ ਕੇ ਰਾਜੀ ਨਹੀਂ। ਉਹਨਾਂ ਨੂੰ ਇਹ ਹੈ ਵੀ ਜੋ ਮਰਜ਼ੀ ਕਰਕੇ ਸਾਨੂੰ ਵੱਧ ਤੋਂ ਵੱਧ ਟੈਕਸ ਰੀਫੰਡ ਵਾਪਸ ਕਰਾ। ਹਾਂਜੀ, ਪਰ ਐਵਰੀ ਡਾਲਰ ਜੇ ਤੁਸੀਂ 45 ਪੈਸੇ ਵੀ ਪੇ ਕਰਦੇ ਹੋ ਟੈਕਸ, ਫਿਰ ਵੀ 55 ਪੈਸੇ ਤੁਹਾਡੀ ਜੇਬ 'ਚ ਆ ਰਹੇ ਆ। ਠੀਕ ਹੈ ਨਾ ਜੀ? ਸੋ ਜਿੰਨਾ ਵੱਧ ਟੈਕਸ ਭਰ ਰਹੇ ਹੋ ਇਹਦਾ ਮਤਲਬ ਤੁਹਾਡੀ ਉਨੀ ਵੱਧ ਆਮਦਨੀ ਆ। ਸਰਕਾਰ ਹਰ ਸਾਲ ਦੀ ਸਾਲ ਬਜਟ ਪੇਸ਼ ਕਰਦੀ ਹੈ ਤੇ ਬਜਟ ਦੇ ਜਿਹੜੇ ਅੰਕੜੇ ਆ ਉਹ ਲੋਕਾਂ ਦੇ ਟੈਕਸ ਦੇ ਬੇਸਿਸ ਤੇ ਹੀ ਆਉਂਦੇ ਆ। ਸੋ ਜੇ ਆਪਾਂ ਨਾ ਟੈਕਸ ਭਰਾਂਗੇ ਤਾਂ ਫਿਰ ਮੁਲਕ ਕਿਵੇਂ ਸਰਵਾਈਵ ਕਰੂਗਾ? ਪੇਂਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ, ਜਾਣੀ ਕਿ ਮਿੰਟੂ ਬਰਾੜ ਵੱਲੋਂ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੱਥੋਂ ਵੀ ਜੁੜੇ ਹੋ, ਉਮੀਦ ਆ ਚੜ੍ਹਦੀ ਕਲਾ 'ਚ ਹੋਵੋਗੇ। ਅਸੀਂ ਵੀ ਚੜ੍ਹਦੀ ਕਲਾ ਦੇ ਵਿੱਚ ਆ। ਜਦੋਂ ਵੀ ਕਿਤੇ ਸਾਨੂੰ ਕੁਛ ਕੁ ਨਵਾਂ ਦੇਖਣ ਨੂੰ ਮਿਲਦਾ ਉਹ ਤੁਹਾਨੂੰ ਦਿਖਾਉਣੇ ਆ, ਜਦੋਂ ਕੁਝ ਨਵਾਂ ਜਾਣਨ ਨੂੰ ਮਿਲਦਾ ਉਹ ਤੁਹਾਡੇ ਤੱਕ ਪਹੁੰਚਾਉਣੇ ਆ। ਇਹੀ ਇਹ ਚੈਨਲ ਦਾ ਜਿਹੜਾ ਮਕਸਦ ਆ। ਇਹ ਚੈਨਲ ਦਾ ਕੋਈ ਮਕਸਦ ਅਸੀਂ ਇਹ 'ਚੋਂ ਕੋਈ ਬੈਨੀਫਿਟ ਲੈਣੇ ਨਹੀਂ ਹੈਗੇ, ਪਰ ਇੰਨਾ ਕੁ ਹੈ ਵੀ ਜੇਕਰ ਕਿਤੇ ਕੋਈ ਚੰਗੀ ਚੀਜ਼ ਸਿੱਖਣ ਨੂੰ ਦੇਖਣ ਨੂੰ ਮਿਲਦੀ ਹੈ ਤਾਂ ਉਹ ਤੁਹਾਡੇ ਤੱਕ ਪੁੱਜਦੀ ਕਰੀਏ। ਜਦੋਂ ਅਸੀਂ ਪ੍ਰਦੇਸ਼ ਆ ਜਾਂਦੇ ਹਾਂ ਤਾਂ ਪ੍ਰਦੇਸ਼ ਆ ਕੇ ਸਾਡੇ ਲਈ ਕੁਝ ਇੱਕ ਗੱਲਾਂ ਬਿਲਕੁਲ ਨਵੀਆਂ ਹੁੰਦੀਆਂ, ਭਾਵੇਂ ਕੰਨ ਦੂਜੇ ਪਾਸੇ ਫੜਿਆ ਹੁੰਦਾ, ਚੀਜ਼ਾਂ ਸੇਮ ਹੀ ਹੁੰਦੀਆਂ, ਪਰ ਕਾਨੂੰਨ ਆ ਥੋੜ੍ਹਾ ਜਿਹਾ ਵੱਖਰੇ ਢੰਗ ਨਾਲ ਜਿਹੜਾ ਉਹ ਲਾਗੂ ਕੀਤਾ ਜਾਂਦਾ। ਸੋ ਇਸ ਕਾਨੂੰਨ ਦੇ ਵਿੱਚ ਜੇ ਅਹਿਮ ਗੱਲ ਕਰੀਏ ਤਾਂ ਸਭ ਤੋਂ ਵੱਡਾ ਆ ਜਾਂਦਾ ਸਬਸੇ ਬੜਾ ਰੁਪਈਆ, ਜਿਹਨੂੰ ਕਹਿੰਦੇ ਆ, ਜਾਂ ਫਾਈਨੈਂਸ਼ਲੀ ਕਹਿ ਸਕਦੇ ਹਾਂ। ਸੋ ਸਾਨੂੰ ਇੱਥੇ ਜਿਹੜਾ ਪੈਸੇ ਦੇ ਰੱਖ ਰਖਾਵ, ਪੈਸੇ ਦੀ ਸੰਭਾਲ, ਟੈਕਸ ਨੂੰ ਕਿਵੇਂ ਪ੍ਰਪੇਅਰ ਕਰਨਾ, ਤੁਸੀਂ ਜਿਹੜੀ ਇਹਨੂੰ ਪੈਸੇ ਨੂੰ ਕਿੱਥੇ ਜਿਹੜਾ ਸਮਾਰਟ ਪਲੇ ਕਰ ਸਕਦੇ ਹੋ, ਕਿਉਂਕਿ ਇੱਥੇ ਇਹ ਕੁਝ ਕੁ ਸ਼ਬਦ ਕਹੇ ਜਾਂਦੇ ਆ ਜਿਹੜੇ ਇਹਨਾਂ ਦੀ ਭਾਸ਼ਾ 'ਚ। ਸੋ ਅੱਜ ਕੁਦਰਤੀ ਮੈਂ ਜਿਹੜਾ ਮੈਲਬਨ ਪਹੁੰਚਿਆ ਹੋਇਆ ਸੀ ਤੇ ਮੈਲਬਨ ਦੇ ਵਿੱਚ ਇੱਕ ਬੜੇ ਹੀ ਨੌਜਵਾਨ ਤੇ ਉੱਦਮੀ ਜਿਹੜੇ ਚਾਰਟਰਡ ਅਕਾਊਂਟੈਂਟ ਨੇ, ਮਾਨਵਜੋਤ ਸਿੰਘ ਬਰਾੜ, ਜਿਹੜੇ ਮੇਰੇ ਨਾਲ ਆ ਇਸ ਟਾਈਮ, ਤੇ ਉਹਨਾਂ ਨਾਲ ਮੈਂ ਕੁਝ ਇੱਕ ਗੱਲਾਂ ਨੁਕਤਿਆਂ ਤੇ ਗੱਲਬਾਤ ਕਰ ਰਿਹਾ ਸੀ। ਫਿਰ ਮੈਨੂੰ ਲੱਗਿਆ ਕਿ ਉਹਨਾਂ ਤੁਹਾਡੇ ਤੱਕ ਵੀ ਉਹ ਗੱਲਾਂ ਪੁੱਜਦੀਆਂ ਕਰੀਏ। ਸੋ ਆਓ ਪਹਿਲਾਂ ਆਪਾਂ ਸਵਾਗਤ ਕਰਦੇ ਹਾਂ ਮਾਨਵਜੋਤ ਦਾ, ਫਿਰ ਉਸ ਤੋਂ ਬਾਅਦ ਆਪਾਂ ਗੱਲਾਂ ਅੱਗੇ ਤੋਰਦੇ ਹਾਂ। ਸੋ ਮਾਨਵ ਜੀ, ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੇਂਡੂ ਆਸਟ੍ਰੇਲੀਆ ਦੇਖ ਰਹੇ ਸਭ ਦਰਸ਼ਕਾਂ ਦਾ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਮਿੰਟੂ ਬਰਾੜ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਅੱਜ ਮੌਕਾ ਦਿੱਤਾ ਆਪਦੇ ਸ਼ੋਅ 'ਤੇ ਆਉਣ ਦਾ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਡਾ। ਸੋ ਮਿਹਰਬਾਨੀ ਮਾਨਵ। ਤੇ ਪਹਿਲਾਂ ਤਾਂ ਮੈਨੂੰ ਇਹ ਦੱਸੋ ਵੀ ਤੁਸੀਂ ਤਕਰੀਬਨ ਆਸਟ੍ਰੇਲੀਆ 'ਚ ਕਿੰਨੇ ਕੁ ਪੁਰਾਣੇ ਹੋ? ਮੈਂ ਜੀ ਜੁਲਾਈ 2008 ਦਾ ਆਇਆ ਹੋਇਆ ਇੱਥੇ, ਤੇ 12ਵੀਂ ਫਿਨਿਸ਼ ਕਰਕੇ ਮੈਂ ਆਪਦੀ ਇੱਥੇ ਆ ਗਿਆ ਸੀ। ਯੂਨੀਵਰਸਿਟੀ ਦੇ ਵਿੱਚ ਮੈਂ ਆ ਕੇ ਅਕਾਊਂਟਿੰਗ ਕੀਤੀ ਆ, ਤੇ 2012 ਦੇ ਕਰੀਬ ਮੈਂ ਆਪਦੀ ਅਕਾਊਂਟਿੰਗ ਫਿਨਿਸ਼ ਕਰਤੀ ਸੀ ਡਿਗਰੀ। ਐਂਡ ਉਸ ਤੋਂ ਬਾਅਦ ਮੈਂ ਐਜ਼ ਅ ਟੈਕਸ ਅਕਾਊਂਟੈਂਟ ਬਤੌਰ ਵੱਖ-ਵੱਖ ਫਰਮਾਂ 'ਚ ਕੰਮ ਕੀਤਾ। ਤੇ ਹੁਣ ਤੁਸੀਂ ਆਪਣਾ ਵੀ ਬਿਜ਼ਨਸ ਕਰ ਰਹੇ ਹੋ ਪ੍ਰਾਈਵੇਟ ਜਾਂ? ਹਾਂਜੀ, ਮੈਂ ਜੀ ਦੇਖੋ, ਮੈਂ ਮਿਡ-ਟੀਅਰ ਅਕਾਊਂਟਿੰਗ ਫਰਮ ਨਾਲ ਐਫੀਲੀਏਟਿਡ ਹਾਂ। ਬੈਂਕਸ ਗਰੁੱਪ ਕਰਕੇ ਸਾਡੀ ਫਰਮ ਹੈ ਜਿਹਦੇ ਨਾਲ ਮੈਂ ਐਫੀਲੀਏਟਿਡ ਹਾਂ। ਅਤੇ ਮਿਡ-ਟੀਅਰ ਕਈ ਲੋਕਾਂ ਨੂੰ ਸਮਝ ਨਹੀਂ ਆਊਗਾ। ਮਿਡ-ਟੀਅਰ ਤਾਂ ਕਹਿਣ ਤੋਂ ਭਾਵ ਹੈ ਵੀ 3 ਲੈਵਲ ਦੀਆਂ ਫਰਮਸ ਹੁੰਦੀਆਂ ਆਸਟ੍ਰੇਲੀਆ 'ਚ। ਇੱਕ ਟੌਪ ਟੀਅਰ ਆ ਜਾਂਦੀ ਹੈ, ਇੱਕ ਮਿਡ-ਟੀਅਰ ਆ ਜਾਂਦੀ ਹੈ, ਅਤੇ ਇੱਕ ਲੋ ਟੀਅਰ ਆ ਜਾਂਦੀ ਹੈ। ਸੋ ਟੌਪ ਟੀਅਰ ਦੇ ਵਿੱਚ ਤਾਂ ਆਪਣੀਆਂ ਬਿਗ ਅਕਾਊਂਟਿੰਗ ਫਰਮਸ, ਜਿਹੜੀਆਂ ਬਿਗ 4 ਕਹਿ ਦਿੰਦੇ ਹਾਂ, ਜਿਹਦੇ ਵਿੱਚ ਪ੍ਰਾਈਸ ਵਾਟਰਹਾਊਸ ਕੂਪਰਸ, ਡਿਲੋਇਟ, KPMG ਅਤੇ ਅਰਨਸਟ ਐਂਡ ਯੰਗ ਆ ਜਾਂਦੀ ਹੈ। ਅਤੇ ਉਸ ਤੋਂ ਬਾਅਦ ਮਿਡ ਟੀਅਰ ਸ਼ੁਰੂ ਹੁੰਦਾ, ਅਤੇ ਉਸੇ ਵਿੱਚ ਇੱਕ ਫਰਮ ਹੈ ਬੈਂਕਸ ਗਰੁੱਪ, ਜਿਨ੍ਹਾਂ ਨਾਲ ਮੈਂ ਪਿਛਲੇ ਤਕਰੀਬਨ 7.5 ਵਰ੍ਹਿਆਂ ਤੋਂ ਜੁੜਿਆ ਹੋਇਆ।
ਐਜ਼ ਏ ਚਾਰਟਰਡ ਅਕਾਊਂਟੈਂਟ? ਹਾਂਜੀ, ਸੋ ਮੈਂ ਇੱਥੇ ਪਹਿਲਾਂ ਆ ਕੇ ਆਪਦੀ ਬੈਚਲਰਸ ਇਨ ਅਕਾਊਂਟਿੰਗ ਕੀਤੀ, ਜੋ ਕਿ ਮੈਂ ਦੱਸਿਆ ਤੁਹਾਨੂੰ 2012 ਦੇ ਲਗਭਗ ਮੈਂ ਫਿਨਿਸ਼ ਕਰਤੀ ਸੀ। ਅਤੇ ਉਦੋਂ ਬਾਅਦ ਮੈਂ ਇੱਥੇ ਐਜ਼ ਬੈਂਕਸ ਗਰੁੱਪ ਜਦੋਂ ਦਾ ਸ਼ੁਰੂ ਕੀਤਾ, ਉਦੋਂ ਦੀ ਮੈਂ ਚਾਰਟਰਡ ਅਕਾਊਂਟਿੰਗ ਸ਼ੁਰੂ ਕਰਕੇ 2015 ਸ਼ੁਰੂ ਕਰਕੇ 2018 ਦੇ ਵਿੱਚ ਕੰਪਲੀਟ ਕਰਤੀ ਸੀ। ਅਤੇ ਉਦੋਂ ਬਾਅਦ ਤੁਹਾਨੂੰ ਡੈਜ਼ਿਗਨੇਸ਼ਨ ਮਿਲ ਜਾਂਦੀ ਹੈ ਚਾਰਟਰਡ ਅਕਾਊਂਟੈਂਟ ਦੀ। ਸੋ ਤੁਹਾਡਾ ਰੋਜ਼ ਪੰਜਾਬੀਆਂ ਨਾਲ ਵਾਹ ਵਾਸਤਾ ਪੈਂਦਾ, ਅਤੇ ਮੈਂ ਇੱਕ ਐਜ਼ ਏ ਪੰਜਾਬੀ ਹੋਣ ਦੇ ਨਾਤੇ ਕਈ ਵਾਰੀ ਕੀ ਹੁੰਦਾ ਵੀ ਜਦੋਂ ਅਸੀਂ ਕਿਸੇ ਹੋਰ ਕਮਿਊਨਿਟੀ ਜਾਂ ਹੋਰ ਭਾਸ਼ਾ ਦੇ ਅਕਾਊਂਟੈਂਟ ਨਾਲ ਗੱਲਬਾਤ ਕਰਦੇ ਹਾਂ, ਅਤੇ ਸਾਨੂੰ ਉਹੇ ਜਿਹੀ ਸੈਟਿਸਫੈਕਸ਼ਨ ਨਹੀਂ ਮਿਲਦੀ ਜਿਹੜੀ ਸਾਨੂੰ ਮਾਂ ਬੋਲੀ 'ਚ ਗੱਲਬਾਤ ਸੁਣ ਕੇ ਮਿਲ ਜਾਂਦੀ ਹੈ। ਬਹੁਤ ਸਾਰੀਆਂ ਚੀਜ਼ਾਂ ਇਹ ਤੁਹਾਡੇ ਨਾਲ ਵੀ ਇਹ ਆਉਂਦੀਆਂ ਹੋਣਗੀਆਂ। ਸੋ ਪਹਿਲਾਂ ਤਾਂ ਮੈਨੂੰ ਸਾਡੇ ਜਿਹੜੇ ਦਰਸ਼ਕ ਆ ਜਿਹੜੇ ਜੁੜੇ ਹੋਏ ਆ, ਦਰਸ਼ਕਾਂ ਨੂੰ ਇਹ ਬੜੀ ਜਿਗਿਆਸਾ ਹੁੰਦੀ ਆ। ਦਰਸ਼ਕ ਕਈ ਵਾਰੀ ਨਾ ਸਾਡੇ 'ਚ ਇੱਕ ਬਣੀ ਹੋਈ ਆ ਮਾਹੌਲ ਜਿਹਾ ਬਣਿਆ ਹੁੰਦਾ ਵੀ ਸਾਡੇ ਬੰਦੇ ਵਧੀਆ ਨਹੀਂ, ਸਾਡੇ ਬੰਦੇ ਪ੍ਰੋਫੈਸ਼ਨਲ ਨਹੀਂ, ਸਾਡੇ ਬੰਦੇ ਉਵੇਂ ਸਰਵਿਸ ਨਹੀਂ ਦਿੰਦੇ, ਤਾਂ ਅਸੀਂ ਹੋਰ ਕੋਲੇ ਜਾਂਦੇ ਹਾਂ। ਪਰ ਐਂਡ ਆਫ ਦ ਡੇ ਸਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਮੈਨੇਜਮੈਂਟ ਕਿਵੇਂ ਕਰਨੀ ਆ ਫਾਈਨੈਂਸ ਦੀ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਚਾਨਣਾ ਪਾਓ। ਬਿਲਕੁਲ, ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜੀ। ਜੋ ਪਿੱਛੇ ਜੇ ਸਾਨੂੰ ਵੀ ਦੇਖਣ ਨੂੰ ਮਿਲਿਆ, ਜਿਹੜਾ ਕਿ ਆਪਣੇ ਭਾਈਚਾਰੇ ਦੇ ਲੋਕ, ਪਹਿਲੀ ਗੱਲ ਤਾਂ ਉਹਨਾਂ 'ਚ ਅਵੇਅਰਨੈਸ ਬਹੁਤ ਘੱਟ ਆ ਅਕਾਊਂਟੈਂਟਸ ਨੂੰ ਲੈ ਕੇ। ਜਿੰਨੇ ਵੀ ਖਾਸ ਕਰ ਪੰਜਾਬ 'ਚ ਜ਼ਿਮੀਂਦਾਰੀ ਰਿਲੇਟਡ ਬੈਕਗਰਾਊਂਡ ਤੋਂ ਸਟੂਡੈਂਟਸ ਇੱਥੇ ਆ ਕੇ ਪੱਕੇ ਹੋਏ ਆ, ਜਾਂ ਕੋਈ ਵੀ ਮੱਧ ਵਰਗ ਦੇ ਲੋਕ ਇੱਥੇ ਪੱਕੇ ਹੋਏ ਆ, ਉਹਨਾਂ ਨੇ ਬਹੁਤ ਰੇਅਰਲੀ ਟੈਕਸ ਭਰਿਆ ਜਾਂ ਸੁਣਿਆ। ਸੋ ਉਹਨਾਂ ਲਈ ਇਹ ਚੀਜ਼ ਬਹੁਤ ਨਵੀਂ ਹੁੰਦੀ ਆ, ਅਤੇ ਉਹ ਸੁਣੀਆਂ ਸੁਣਾਈਆਂ ਗੱਲਾਂ 'ਚ ਬਹੁਤ ਜ਼ਿਆਦਾ ਆਉਂਦੇ ਆ। ਸੋ ਅਕਾਊਂਟੈਂਟ ਤੁਹਾਨੂੰ ਹਰ ਟਾਈਪ ਦੇ ਮਿਲ ਜਾਣਗੇ ਜੀ। ਚੰਗੇ ਅਕਾਊਂਟੈਂਟ ਵੀ ਹੈ, ਅਕਾਊਂਟੈਂਟ ਕੰਮ ਖਰਾਬ ਕਰਨ ਵਾਲੇ ਵੀ ਕਈ ਮਿਲ ਜਾਂਦੇ ਆ। ਬਟ ਐਟ ਦੀ ਐਂਡ ਆਫ ਦ ਡੇ ਜੇ ਕੁਛ ਗਲਤ ਹੁੰਦਾ ਤੁਹਾਡੇ ਨਾਲ, ਤਾਂ ਸੁਣਵਾਈ ਲਾਅ ਦੀ ਹੁੰਦੀ ਹੈ। ਜੋ ਲਾਅ ਕਹਿੰਦਾ ਉਹ ਪ੍ਰਵੇਲ ਕਰਦਾ ਅਤੇ ਉਹ ਸਟੇਟ ਕਰਦਾ। ਸੋ ਇਸੇ ਲਈ ਸਾਡਾ ਡੇਲੀ ਪੰਜਾਬੀ ਭਾਈਚਾਰੇ ਦੇ ਕਾਫੀ ਲੋਕਾਂ ਨਾਲ ਵਾਹ ਪੈਂਦਾ, ਅਤੇ ਜਦੋਂ ਅਸੀਂ ਉਹਨਾਂ ਨੂੰ ਅਵੇਅਰ ਕਰਦੇ ਹਾਂ ਕਈ ਚੀਜ਼ਾਂ ਨੂੰ ਲੈ ਕੇ, ਤਾਂ ਇਹ ਗੱਲ ਸਾਨੂੰ ਕਹਿੰਦੇ ਜੋ ਸਾਨੂੰ ਬਹੁਤ ਹੀ ਹੈਰਾਨ ਕਰਦੀ ਹੈ ਵੀ ਇਹ ਚੀਜ਼ ਤਾਂ ਮੈਂ ਪਹਿਲੀ ਵਾਰੀ ਸੁਣ ਰਿਹਾ। ਕਈ ਲੋਕਾਂ ਨੂੰ ਇੱਥੇ 15-15, 20-20 ਸਾਲ ਹੋ ਗਏ ਆਇਆ ਨੂੰ, ਪਰ ਜਦੋਂ ਕੋਈ ਵੀ ਲੈਜਿਸਲੇਸ਼ਨ ਉਹਨਾਂ ਨੂੰ ਅਸੀਂ ਵਿਆਖਿਆ ਕਰਕੇ ਦੱਸਦੇ ਹਾਂ ਤਾਂ ਉਹ ਹੈਰਾਨ ਰਹਿ ਜਾਂਦੇ ਆ। ਐਂਡ ਲਾਅ ਅਕੋਰਡਿੰਗਲੀ ਸਭ ਕੁਛ ਹੁੰਦਾ ਜੀ। ਹਰ ਸਾਲ ਤੁਹਾਨੂੰ ਟੈਕਸ ਭਰਨ ਦੀ ਲੋੜ ਆ। ਇੱਕ ਅਕਾਊਂਟੈਂਟ ਇਹੋ ਜਿਹਾ ਬੰਦਾ ਜਿੰਨਾ ਚਿਰ ਤੁਸੀਂ ਰਿਟਾਇਰ ਨਹੀਂ ਹੁੰਦੇ, ਤੁਹਾਨੂੰ ਅਕਾਊਂਟੈਂਟ ਦੀ ਲੋੜ ਹੈ ਹੀ ਹੈ। ਸੋ ਤੁਹਾਡਾ ਆਪਦੇ ਅਕਾਊਂਟੈਂਟ ਨਾਲ ਇੱਕ ਓਪਨ ਰਿਲੇਸ਼ਨਸ਼ਿਪ ਹੋਣਾ ਬਹੁਤ ਜ਼ਰੂਰੀ ਹੈ। ਸੋ ਹਾਂਜੀ। ਸੋ ਤੁਸੀਂ ਹੁਣ ਜਿਵੇਂ ਦੱਸਿਆ ਵੀ ਚਲੋ ਪੰਜਾਬੀਆਂ ਦਾ ਨਹੀਂ ਤਜਰਬਾ ਸੀ, ਸਾਡੇ ਤੇ ਉਹਦੇ ਟੈਕਸ ਫਰੀ ਅਸੀਂ ਜ਼ਿੰਦਗੀ ਜਿਉਈ ਆ ਜ਼ਿਆਦਾ, ਪਰ ਇੱਥੇ ਆ ਕੇ ਡੇ 1 ਤੋਂ ਸਾਨੂੰ ਹਿਸਾਬ ਕਿਤਾਬ ਰੱਖਣਾ ਪੈਂਦਾ। ਮੈਂ ਇੱਕ ਕਾਮਨ ਜੀ ਗੱਲ ਸੁਣਨ ਨੂੰ ਮੈਨੂੰ ਮਿਲਦੀ ਰਹਿੰਦੀ ਆ ਅਕਸਰ, ਮੈਨੂੰ ਹੁਣ ਤਾਂ ਚਲੋ ਸਮਝ ਆ ਗਈ ਆ ਜੇ ਬਿਜ਼ਨਸ 'ਚ ਪੈ ਕੇ ਪਿਛਲੇ 5-7 ਸਾਲਾਂ ਤੋਂ, ਨਹੀਂ ਇਹ ਗੱਲ ਆਉਂਦੀ ਹੈ ਵੀ ਫਲਾਨੇ ਅਕਾਊਂਟੈਂਟ ਕੋਲੇ ਜਾਂਦੇ ਹੁੰਦੇ ਤੇ ਉਹ ਬਾਹਲੇ ਪੈਸੇ ਮੜਵਾ ਦਿੰਦਾ। ਇਹ ਕੀ ਫੰਡਾ ਹੈ? ਤੁਸੀਂ ਬਿਲਕੁਲ ਸਪੌਟ ਔਨ ਹੋ ਜੀ। ਜਿਵੇਂ ਹੁਣੇ ਫਾਈਨੈਂਸ਼ੀਅਲ ਈਅਰ ਐਂਡ ਹੋਇਆ, ਸਾਨੂੰ ਬਹੁਤ ਇਹੋ ਜਿਹੇ ਭਾਈਚਾਰੇ ਦੇ ਲੋਕਾਂ ਦਾ ਫੋਨ ਆਉਂਦਾ ਜਿਹੜੇ ਕਹਿੰਦੇ ਜੀ ਮੈਨੂੰ ਫਲਾਨਾ ਬੰਦਾ ਇੰਨੇ ਪੈਸੇ ਮੜਾ ਕੇ ਦੇ ਰਿਹਾ, ਜੇ ਤੁਸੀਂ ਵੱਧ ਮੜਾ ਦੋਗੇ ਤੁਸੀਂ ਟੈਕਸ ਕਰ ਦਿਓ। ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਜੀ ਇਹ ਬਹੁਤ ਗਲਤ ਤਰੀਕਾ ਤੁਹਾਡਾ ਅਕਾਊਂਟੈਂਟ ਨੂੰ ਅਪਰੋਚ ਕਰਨ ਦਾ। ਇੱਕ ਤਾਂ ਇਹਦੇ ਨਾਲ ਤੁਸੀਂ ਅਕਾਊਂਟੈਂਟ ਨੂੰ ਡਿਸਰੈਸਪੈਕਟ ਕਰ ਰਹੇ ਹੋ ਵੀ ਅਕਾਊਂਟੈਂਟ ਨੂੰ ਤੁਸੀਂ ਕਹਿ ਰਹੇ ਹੋ ਵੀ ਮੈਂ ਤੁਹਾਨੂੰ ਇੱਕ ਟਾਸਕ ਦੇ ਰਿਹਾ, ਤੁਸੀਂ ਮੈਨੂੰ ਇਦੋਂ ਵੱਧ ਪੈਸੇ ਮੜਾ ਕੇ ਦਿਓ, ਐਥੀਕਲੀ ਜਾਂ ਅਨਐਥੀਕਲੀ। ਐਂਡ ਮੋਸਟ ਆਫ ਦਾ ਉਹ ਸਿਨਾਰੀਓ ਜਿਹੜੇ ਹੁੰਦੇ ਆ ਉਹ ਅਨਐਥੀਕਲੀ ਹੁੰਦੇ ਆ। ਅਨਐਥੀਕਲੀ ਕਹਿਣ ਤੋਂ ਭਾਵ ਵੀ ਕਾਨੂੰਨ ਕਹਿੰਦਾ ਵੀ ਆਹ ਚੀਜ਼ ਤੁਸੀਂ ਨਹੀਂ ਕਰ ਸਕਦੇ, ਤਾਂ ਤੁਸੀਂ ਉਹ ਚੀਜ਼ ਕਰਕੇ ਹੀ ਵੱਧ ਪੈਸੇ ਮੜਾਉਣੇ ਹੋ। ਸੋ ਉਸ ਲੋਕਾਂ ਨੂੰ ਮੈਂ ਇਹੀ ਸਲਾਹ ਦਿੰਦਾ ਵੀ ਵੀਰ ਜੀ ਵੀ ਤੁਹਾਡੀ ਜਿਹੜੀ ਇਹ ਸੋਚਣ ਪ੍ਰਕਿਰਿਆ ਤੁਹਾਡੀ ਇਹ ਥੋੜੀ ਗਲਤ ਹੈ। ਮੈਂ ਉਹਨਾਂ ਨੂੰ ਇੱਕ ਬਹੁਤ ਸਿੰਪਲ ਐਗਜ਼ਾਮਪਲ ਦਿੰਦਾ ਹੁੰਦਾ। ਮੈਂ ਕਿਹਾ ਤੁਸੀਂ ਡਾਕਟਰ ਨੂੰ ਜਾ ਕੇ ਇਹ ਨਹੀਂ ਪੁੱਛੋਗੇ ਵੀ ਤੁਸੀਂ ਮੈਨੂੰ ਸਹੀ ਦਵਾਈ ਦੇ ਰਹੇ ਹੋ, ਉਹ ਸੇਮ ਅਪਰੋਚ ਤੁਹਾਡੀ ਅਕਾਊਂਟੈਂਟ ਪ੍ਰਤੀ ਹੋਣੀ ਚਾਹੀਦੀ ਹੈ। ਜੇ ਤੁਸੀਂ ਕਿਸੇ ਅਕਾਊਂਟੈਂਟ ਕੋਲੇ ਜਾ ਰਹੇ ਹੋ, ਖਾਸ ਕਰ ਜੇ ਉਹ ਅਕਾਊਂਟੈਂਟ ਇੱਕ ਰਜਿਸਟਰਡ ਅਕਾਊਂਟੈਂਟ ਆ, ਕੁਆਲੀਫਾਈਡ ਅਕਾਊਂਟੈਂਟ ਆ, ਤਾਂ ਤੁਹਾਨੂੰ ਇਹ ਸਵਾਲ ਨਹੀਂ ਪੁੱਛਣਾ ਚਾਹੀਦਾ, ਕਿਉਂਕਿ ਅਕਾਊਂਟੈਂਟ ਆਪਦੇ ਕਲਾਇੰਟਸ ਲਈ ਜੀ ਜਾਨ ਲਾ ਕੇ ਕੰਮ ਕਰਦੇ ਆ। ਅਤੇ ਜੇ ਜਾ ਕੇ ਤੁਸੀਂ ਉਹਨਾਂ ਨੂੰ ਕਹਿੰਦੇ ਹੋ ਵੀ ਇਹਨੂੰ ਬੀਟ ਕਰ ਦਿਓ, ਫਿਰ ਤੁਸੀਂ ਇੱਕ ਟਾਈਪ ਦਾ ਆਪ ਅਨਐਥੀਕਲ ਬਿਹੇਵੀਅਰ ਪ੍ਰਮੋਟ ਕਰ ਰਹੇ ਹੋ। ਸੋ ਉਹ ਤੁਹਾਨੂੰ ਨਹੀਂ ਕਰਨਾ ਚਾਹੀਦਾ। ਤੁਹਾਨੂੰ ਪਹਿਲਾਂ ਇਹ ਜਾਣਨਾ ਚਾਹੀਦਾ ਹੈ ਕਿ ਸਾਡੀ ਕੀ ਜ਼ਿੰਮੇਵਾਰੀ ਬਣਦੀ ਹੈ, ਕੀ ਸਾਨੂੰ ਕਰਨਾ ਚਾਹੀਦਾ ਹੈ ਲੀਗਲੀ, ਤਾਂ ਕਿ ਅਸੀਂ ਵੱਧ ਤੋਂ ਵੱਧ ਟੈਕਸ ਬਚਾ ਸਕੀਏ। ਕਿਉਂਕਿ ਲੀਗਲ ਆਪਸ਼ਨਸ ਬਹੁਤ ਜ਼ਿਆਦਾ ਹੁੰਦੀਆਂ, ਪਰ ਆਪਣੇ ਭਾਈਚਾਰੇ ਦੇ ਲੋਕ ਸੁਣ ਕੇ ਰਾਜੀ ਨਹੀਂ। ਉਹਨਾਂ ਨੂੰ ਇਹ ਹੈ ਵੀ ਜੋ ਮਰਜ਼ੀ ਕਰਕੇ ਸਾਨੂੰ ਵੱਧ ਤੋਂ ਵੱਧ ਟੈਕਸ ਰੀਫੰਡ ਵਾਪਸ ਕਰਾ ਦਿਓ। ਹਾਂਜੀ।
ਇੱਕ ਜਿਹੜੀ ਹੋਰ ਆਮ ਸਾਡੀ ਧਾਰਨਾ ਪਾਈ ਜਾਂਦੀ ਹੈ ਸਾਡੇ ਭਾਈਚਾਰੇ 'ਚ, ਮੈਂ ਤਾਂ ਕਈ ਵਾਰੀ ਬਿਨਾਂ ਜਾਣੀ ਕਿ ਮੇਰੇ ਕੋਲੇ ਟੈਕਨੀਕਲ ਦਲੀਲ ਤਾਂ ਨਹੀਂ ਹੁੰਦੀ ਕਿਉਂਕਿ ਮੈਂ ਅੰਦਰਲੀ ਗੱਲ ਨਹੀਂ ਜਾਣਦਾ, ਪਰ ਮੈਂ ਕਹਿਣਾ ਹੁੰਦਾ ਵੀ ਯਾਰ ਜਦੋਂ ਮੈਨੂੰ ਲੋਕ ਕਹਿੰਦੇ ਆ ਵੀ ਟੈਕਸ ਬਹੁਤ ਪੈ ਗਿਆ, ਤੇ ਉਹ ਬਹੁਤ ਜ਼ਿਆਦਾ ਇਸ ਚੀਜ਼ ਲਈ ਪਛਤਾ ਰਹੇ ਹੁੰਦੇ ਆ ਵੀ ਮੈਨੂੰ ਬਹੁਤ ਜ਼ਿਆਦਾ ਟੈਕਸ ਪੈ ਗਿਆ। ਕਈ ਵਾਰ ਤਾਂ ਕੰਮ ਨੂੰ ਵੀ ਨਹੀਂ ਕਰਦੇ ਇਸ ਢੰਗ ਲਈ ਵੀ ਟੈਕਸ ਪੈ ਜੂਗਾ ਬਹੁਤ ਜ਼ਿਆਦਾ। ਪਰ ਮੈਂ ਇੱਕ ਸਿੰਪਲ ਜੀ ਗੱਲ, ਜਿਹੜੀ ਮੈਂ ਟੈਕਨੀਕਲ ਜਿਵੇਂ ਕਿਹਾ ਨਹੀਂ ਗੱਲ, ਪਰ ਇੱਕ ਆਪਣੀ ਜ਼ਿੰਦਗੀ ਦੇ ਤਜਰਬੇ 'ਚੋਂ ਇਹ ਕਹਿਣਾ ਹੁੰਦਾ ਵੀ ਟੈਕਸ ਤਾਂ ਹੀ ਪਊਗਾ ਨਾ ਜੇ ਮੇਰੇ ਕੋਲੇ 70-80 ਪੈਸੇ ਆਉਣਗੇ ਤਾਂ ਮੈਂ 30 ਪੈਸੇ ਦੇ ਦੂੰਗਾ, ਠੀਕ ਆ। ਜੇ ਮੇਰੇ ਕੋਲ ਕੁਝ ਆ ਰਿਹਾ ਤਾਂ ਮੈਂ ਦੇ ਦੂੰ। ਮੈਂ ਤਾਂ ਉਹਨਾਂ ਨੂੰ ਕਹਿਣਾ ਹੁੰਦਾ ਵੀ ਮੈਂ ਤਾਂ ਰੋਜ਼ ਸੁੱਖ ਕੇ ਪੈਣਾ ਵੀ ਅਗਲੇ ਸਾਲ ਮੈਂ 5 ਮਿਲੀਅਨ ਟੈਕਸ ਭਰਾਂ। ਜੇ 5 ਮਿਲੀਅਨ ਟੈਕਸ ਭਰੂੰਗਾ ਤਾਂ ਮੇਰੇ ਕੋਲ ਕੁਝ ਆਊਗਾ। ਸੋ ਇਹ ਜਿਹੜੀ ਧਾਰਨਾ, ਇਸ ਧਾਰਨਾ ਨੂੰ ਤੁਸੀਂ ਕਿਵੇਂ ਲੋਕਾਂ ਦੇ ਦਿਮਾਗ 'ਚ ਕੱਢੋਗੇ ਵੀ ਟੈਕਸ ਭਰਨਾ ਬੁਰੀ ਚੀਜ਼ ਨਹੀਂ, ਸਾਡੇ ਟੈਕਸ ਭਰਨਾ ਬੁਰੀ ਚੀਜ਼ ਮੰਨਿਆ ਜਾ ਰਿਹਾ? ਨਹੀਂ ਬਿਲਕੁਲ ਤੁਸੀਂ ਬਹੁਤ ਵਧੀਆ ਗੱਲ ਕੀਤੀ ਜੀ। ਬਹੁਤ ਜ਼ਿਆਦਾ ਇਹੋ ਜਿਹੇ ਸਾਨੂੰ ਕੁਐਸਚਨਸ ਕੀਤੇ ਜਾਂਦੇ ਆ। ਫੋਰ ਐਗਜ਼ਾਮਪਲ ਕੱਲ੍ਹ ਮੈਂ ਇੱਕ ਕਲਾਇੰਟ ਨਾਲ ਡੀਲ ਕਰ ਰਿਹਾ ਸੀ, ਉਹ ਮੈਨੂੰ ਪੁੱਛ ਰਹੇ ਸੀ ਵੀ ਕੀ ਵੀਰ ਜੀ ਮੈਂ ਆਪਦੀ TFN ਜੋਬ ਦੇ ਨਾਲ ਨਾਲ ਊਬਰ ਵੀ ਕਰਾਂ, ਕਿਉਂਕਿ ਉਹਨਾਂ ਦਾ ਮੇਨ ਕੁਐਸਚਨ ਪੁੱਛਣ ਦਾ ਮਕਸਦ ਇਹ ਸੀ ਵੀ ਜੇ ਮੈਂ ਊਬਰ ਕਰੂੰਗਾ ਤਾਂ ਮੈਨੂੰ ਵੱਧ ਟੈਕਸ ਭਰਨਾ ਪਊਗਾ। ਸੋ ਉਹ ਲੋਕਾਂ ਨੂੰ ਅਸੀਂ ਇਹ ਕਹਿੰਦੇ ਆ ਵੀ ਟੈਕਸ ਉਹੀ ਬੰਦਾ ਭਰਦਾ ਜਿਹੜਾ ਕੋਈ 4 ਪੈਸੇ ਕਮਾ ਰਿਹਾ, ਠੀਕ ਹੈ ਜੀ। ਸੋ ਉਸ ਸਿਨਾਰੀਓ 'ਚ ਅਸੀਂ ਇਹ ਰਿਕਮੈਂਡ ਕਰਦੇ ਹਾਂ, ਚਾਹੇ ਤੁਸੀਂ ਟੌਪ ਟੀਅਰ ਮਾਰਜਨਲ ਰੇਟ 'ਚ ਵੀ ਆ ਜਾਓ, ਜਿਹੜਾ ਕਿ ਹੈ 45 ਸੈਂਟਸ ਇਨ ਅ ਡਾਲਰ, ਓਕੇ। ਸੋ ਫॉर ਐਵਰੀ ਡਾਲਰ ਜੇ ਤੁਸੀਂ 45 ਪੈਸੇ ਵੀ ਪੇ ਕਰਦੇ ਹੋ ਟੈਕਸ, ਫਿਰ ਵੀ 55 ਪੈਸੇ ਤੁਹਾਡੀ ਜੇਬ 'ਚ ਆ ਰਹੇ ਆ, ਬਚ ਗਏ, ਠੀਕ ਹੈ ਨਾ ਜੀ। ਸੋ ਜਿੰਨਾ ਵੱਧ ਟੈਕਸ ਭਰ ਰਹੇ ਹੋ ਇਹਦਾ ਮਤਲਬ ਤੁਹਾਡੀ ਉਨੀ ਵੱਧ ਆਮਦਨੀ ਆ, ਤੇ ਆਮਦਨੀ ਨਾਲ ਹੀ ਕਾਂ ਬੈਨੀਫਿਟ ਹੁੰਦੇ ਆ। ਹੁਣ ਦੇਖੋ ਜੀ, ਇਹ ਮੁਲਕ ਇਹੋ ਜਿਹਾ ਜਿੱਥੇ ਕਿ ਸਰਕਾਰ ਹਰ ਸਾਲ ਦੇ ਸਾਲ ਬਜਟ ਪੇਸ਼ ਕਰਦੀ ਹੈ, ਤੇ ਬਜਟ ਦੇ ਜਿਹੜੇ ਅੰਕੜੇ ਆ ਉਹ ਲੋਕਾਂ ਦੇ ਟੈਕਸ ਦੇ ਬੇਸਿਸ ਤੇ ਹੀ ਆਉਂਦੇ ਆ। ਸੋ ਜੇ ਆਪਾਂ ਨਾ ਟੈਕਸ ਭਰਾਂਗੇ ਤਾਂ ਫਿਰ ਮੁਲਕ ਕਿਵੇਂ ਸਰਵਾਈਵ ਕਰੂਗਾ? ਸੋ ਸਾਨੂੰ ਮੋੜ ਘੋੜ ਕੇ ਉਹ ਵੀ ਸਾਡੀ ਵੀ ਸਪੋਰਟ ਤਾਂ ਕਰਦੀ ਹੈ ਗੌਰਮੈਂਟ, ਪਰ ਜਿਹੜੀ ਦੂਜੇ ਪਾਸੇ ਜਿਹੜੀ ਜਿਵੇਂ ਤੁਹਾਨੂੰ ਦੱਸਿਆ ਵੀ ਸਾਡੀ ਮੈਂਟੈਲਿਟੀ ਸੈੱਟ ਆ ਵੀ ਅਸੀਂ ਟੈਕਸ ਨਹੀਂ ਭਰਨਾ। ਹੁਣ ਜਦੋਂ 90% ਟਾਈਮ ਜ਼ਿੰਦਗੀ ਦਾ ਅਸੀਂ ਸੋਚਦੇ ਹਾਂ ਅਸੀਂ ਟੈਕਸ ਨਹੀਂ ਭਰਨਾ, ਪਰ 5-10% ਟਾਈਮ ਇਹੋ ਜਿਹਾ ਆਉਂਦਾ ਜ਼ਿੰਦਗੀ ਦਾ ਜਦੋਂ ਅਸੀਂ ਪਛਤਾਉਣੇ ਆ। ਜਦੋਂ ਹੁਣ ਮੰਨ ਲਓ ਅਸੀਂ ਕੋਈ ਚੀਜ਼ ਲੈਣੀ ਆ, ਘਰ ਲੈਣਾ, ਬੋਰਿੰਗ ਦੀ ਕੋਈ ਆਪਦੀ ਕਪੈਸਿਟੀ ਸ਼ੋਅ ਕਰਨੀ ਆ, ਤੇ ਉਦੋਂ ਫਿਰ ਅਸੀਂ ਇੱਕ ਦੂਜੇ ਨਾਲ ਰਹਿ ਕਰਦੇ ਯਾਰ ਪਿਛਲੇ ਸਾਲ ਆਪਾਂ ਟੈਕਸ ਭਰ ਲੈਂਦੇ ਤਾਂ ਐਤਕੀ ਆਪਾਂ ਆਹ ਘਰ ਲੈ ਲੈਂਦੇ, ਆਹ ਬਿਜ਼ਨਸ ਲੈ ਲੈਂਦੇ। ਉਹ ਵੀ ਥੋੜਾ ਜਿਹਾ ਫੰਡਾ ਕਲੀਅਰ ਕਰੋ। ਬਿਲਕੁਲ ਜੀ। ਮੈਂ ਪਹਿਲਾਂ ਆਪਣੇ ਭਾਈਚਾਰੇ ਦੇ ਲੋਕਾਂ ਨਾਲ ਬਹੁਤ ਘੱਟ ਡੀਲ ਕੀਤਾ ਸੀ, ਕਿਉਂਕਿ ਓਬਵੀਅਸਲੀ ਮੇਨ ਸਟਰੀਮ ਜਦੋਂ ਅਕਾਊਂਟਿੰਗ ਫਰਮ 'ਚ ਕੰਮ ਕਰਦੇ ਹੋ ਤੁਹਾਨੂੰ ਜ਼ਿਆਦਾ ਮੇਨ ਸਟਰੀਮ ਲੋਕ ਮਿਲਦੇ ਆ, ਐਂਡ ਹੌਲੀ ਹੌਲੀ ਜਿਵੇਂ ਜਿਵੇਂ ਆਪਣਾ ਕਮਿਊਨਿਟੀ ਗਰੋ ਕਰ ਰਹੀ ਆ ਉਵੇਂ ਉਵੇਂ ਆਪਣਾ ਭਾਈਚਾਰਾ ਬਿਜ਼ਨਸਿਸ ਬਾਏ ਕਰ ਰਿਹਾ, ਉਹ ਵੀ ਸਾਡੇ ਕੋਲੇ ਆ ਰਹੇ ਆ। ਪਰ ਮੈਂ ਇਹ ਗੱਲ ਸੁਣ ਕੇ ਹੈਰਾਨ ਰਹਿ ਜਾਂਦਾ ਸੀ ਜਦੋਂ ਲੋਕ ਕਹਿੰਦੇ ਆ ਵੀ ਅਸੀਂ ਤਾਂ ਸ਼ੋਅ ਹੀ ਇੰਨਾ ਕਰਦੇ ਹਾਂ। ਦੇਖੋ ਜੀ, ਇਹ ਫਿਰ ਐਥਿਕਸ ਦੀ ਗੱਲ ਆ ਜਾਂਦੀ ਹੈ, ਤੁਹਾਡੇ ਮੋਰਲ ਪ੍ਰਿੰਸੀਪਲ, ਤੁਹਾਨੂੰ ਕੀ ਸਿਖਾਇਆ, ਕਿਵੇਂ ਤੁਸੀਂ ਵੱਡੇ ਹੋਏ ਹੋ, ਕੀ ਸਿੱਖ ਕੇ ਵੱਡੇ ਹੋਏ ਹੋ ਤੁਸੀਂ। ਸੋ ਅਸੀਂ ਉਹਨਾਂ ਨੂੰ ਇਹ ਰਿਕਮੈਂਡ ਕਰਦੇ ਹਾਂ ਵੀ ਵੀਰੇ ਲੁਕਾਉਣਾ ਕੁਛ ਨਹੀਂ, ਕਿਉਂਕਿ ATO ਕੋਲੇ ਇੰਨੀਆਂ ਜ਼ਿਆਦਾ ਪਾਵਰਸ ਆ, ਉਹਨਾਂ ਦੇ ਕੰਪਿਊਟਰਸ ਇੰਨੇ ਕੁ ਪਾਵਰਫੁਲ ਆ, ਜੇ ਇੰਡੀਆ ਵੀ ਬੈਂਕ ਅਕਾਊਂਟ 'ਚ ਤੁਸੀਂ ਇੰਟਰਸਟ ਕਮਾਇਆ ਉਹਨਾਂ ਨੂੰ ਇਹ ਇਨਫੋਰਮੇਸ਼ਨ ਦਾ ਪਤਾ ਹੈ, ਠੀਕ ਹੈ ਜੀ। ਸੋ ਸੈਕਿੰਡ ਜਿਹੜਾ ਇਸ਼ੂ ਜਿਹੜਾ ਤੁਸੀਂ ਗੱਲ ਕੀਤੀ ਲੋਨ ਨੂੰ ਲੈ ਕੇ ਆਉਂਦਾ ਹੈ, ਉਹ ਓਬਵੀਅਸਲੀ ਇਹ ਆਉਂਦਾ ਹੈ ਵੀ ਬੈਂਕਸ ਦਿੰਦੇ ਆ ਵੀ ਤੁਹਾਡੀ ਰਿਪੇਮੈਂਟ ਕਪੈਸਿਟੀ ਹੈ ਕਿ ਨਹੀਂ। ਰਿਪੇਮੈਂਟ ਕਪੈਸਿਟੀ ਬਣਦੀ ਹੈ ਜੇ ਤੁਹਾਡੇ ਕੋਲੇ ਇਨਕਮ ਆ, ਜੇ ਇਨਕਮ ਆ ਤਾਂ ਤੁਸੀਂ ਟੈਕਸ ਭਰਦੇ ਹੋ, ਬਿਲਕੁਲ। ਸੋ ਇਸ ਲਈ ਵੀ ਅਸੀਂ ਬਹੁਤ ਲੋਕਾਂ ਨੂੰ ਇਹ ਰਿਕਮੈਂਡ ਕਰਦੇ ਹਾਂ ਵੀ ਜੋ ਵੀ ਤੁਹਾਡਾ ਬਣਦਾ ਟੈਕਸ ਆ ਉਹਨੂੰ ਭਰੋ, ਤੇ ਲੀਗਲੀ ਵੇਜ਼ ਆਊਟ ਫਾਈਂਡ ਕਰੋ ਵੀ ਕਿਵੇਂ ਤੁਸੀਂ ਆਪਦਾ ਟੈਕਸ ਮਿਨੀਮਾਈਜ਼ ਕਰ ਸਕਦੇ ਹੋ, ਨਾ ਕਿ ਲੁਕੋ ਕੇ ਬਲਕਿ ਖਰਚੇ ਕਰਕੇ ਕਿਵੇਂ ਮਿਨੀਮਾਈਜ਼ ਕਰ ਸਕਦੇ ਹੋ। ਸਮਾਰਟ ਪਲੇ ਜਿਹਨੂੰ ਕਹਿੰਦੇ। ਬਿਲਕੁਲ। ਸੋ ਐਟ ਦੀ ਐਂਡ ਆਫ ਈਚ ਈਅਰ, ਜਿਵੇਂ ਕਿ ਜਿਹੜੇ ਸਾਡੇ ਮੋਸਟਲੀ ਬਿਜ਼ਨਸ ਕਲਾਇੰਟਸ ਆ, ਜਦੋਂ ਉਹਨਾਂ ਦਾ ਟੈਕਸ ਰਿਟਰਨ ਕਰ ਦਿੰਦੇ ਹਾਂ ਅਸੀਂ, ਫਾਈਨੈਂਸ਼ੀਅਲ ਈਅਰ ਖਤਮ ਹੋਣ ਤੋਂ ਪਹਿਲਾਂ ਹਰ ਇੱਕ ਅਕਾਊਂਟੈਂਟ ਇੱਕ ਟਾਸਕ ਕਰਦਾ ਜਿਹਨੂੰ ਕਹਿੰਦੇ ਟੈਕਸ ਪਲੈਨਿੰਗ। ਉਹ ਟੈਕਸ ਪਲੈਨਿੰਗ ਦਾ ਮੇਨ ਮਕਸਦ ਇਹ ਹੁੰਦਾ ਵੀ ਉਹ ਪਿਛਲੇ ਸਾਲ ਦੇ 10 ਮਹੀਨਿਆਂ ਦੀ ਪਰਫਾਰਮੈਂਸ ਦੇਦੇ ਆ, ਅਗਲੇ 2 ਮਹੀਨਿਆਂ ਦੀ ਪਰਫਾਰਮੈਂਸ ਪਿਛਲੇ 10 ਮਹੀਨਿਆਂ ਦੇ ਹਿਸਾਬ ਨਾਲ ਐਂਟੀਸਿਪੇਟ ਕਰ ਲੈਂਦੇ ਆ। ਉਹਨੂੰ ਕਰਕੇ ਤੇ ਫਿਰ ਉਹ ਦੱਸਦੇ ਆ ਵੀ ਓਕੇ ਜੀ, ਬੇਸਡ ਔਨ ਤੁਹਾਡੇ ਡਾਟਾ ਦੇ ਆਹ ਟੈਕਸ ਬਣਦਾ, ਐਂਡ ਜੇ ਤਾਂ ਸਾਹਮਣੇ ਵਾਲਾ ਕਸਟਮਰ ਖੁਸ਼ ਆ ਵੀ ਹਾਂਜੀ ਆਮ ਹੈਪੀ ਟੂ ਪੇ, ਦੈਨ ਦੇ ਕੈਨ ਪੇ। ਅਦਰਵਾਈਜ਼ ਜੇ ਉਹਨਾਂ ਨੂੰ ਇਹ ਲੱਗਦਾ ਵੀ ਮਿਨੀਮਾਈਜ਼ ਕਰੋ, ਫਿਰ ਦੇਰ ਆਰ ਲੀਗਲ ਵੇਜ਼, ਲੀਗਲ ਸਟ੍ਰੈਟਜੀਜ਼ ਦੈਟ ਵੀ ਕੈਨ ਫਾਈਂਡ ਐਂਡ ਵੀ ਕੈਨ ਪ੍ਰੋਵਾਈਡ ਦੈਮ, ਜਿਹੜੀਆਂ ਕਿ ਉਹਨਾਂ ਦਾ ਟੈਕਸ ਬਚਾਉਣ 'ਚ ਮਦਦ ਕਰਦੀਆਂ, ਲੁਕੋ ਕੇ ਨਹੀਂ, ਸਭ ਕੁਛ ਦੱਸ ਕੇ। ਮੈਂ ਇੱਥੇ ਦੱਸ ਦਿਆਂ ਜੀ, ਅਕਸਰ ਅਸੀਂ ਤਾਂ ਕਹਿੰਦੇ ਹਾਂ ਟੈਕਸ ਚੋਰੀ, ਪਰ ਇੱਥੇ ਸਰਕਾਰ ਖੁਦ ਕਹਿੰਦੀ ਹੈ ਵੀ ਤੁਸੀਂ ਸਮਾਰਟ ਪਲੇ ਕਰ ਸਕਦੇ ਹੋ, ਤੇ ਪਰ ਇਹਨਾਂ ਨੂੰ ਪਤਾ ਵੀ ਜਿਵੇਂ ਮਰਜ਼ੀ ਹੋ ਜਾਓ, ਵਿਚਾਲੇ ਆਉਣ ਵਾਲੀ ਕਹਾਣੀ ਹੁੰਦੀ ਆ, ਕੰਨ ਤਾਂ ਉਦੋਂ ਹੀ ਫੜਿਆ ਜਾਂਦਾ ਕਿਸੇ ਨਾ ਕਿਸੇ ਰੂਪ 'ਚ।
ਮੈਨੂੰ ਹੁਣ ਦੋ ਚੀਜ਼ਾਂ ਹੋਰ ਦੱਸਿਓ। ਇੱਕ ਚੀਜ਼ ਤਾਂ ਇਹ ਹੈਗੀ ਆ ਵੀ ਜਿਹੜੀ ਟੈਕਸ ਬ੍ਰੈਕਟ ਆ, ਇਹ ਸਾਡੇ ਲੋਕਾਂ ਨੂੰ, ਆਮ ਲੋਕਾਂ ਨੂੰ ਸਮਝ ਨਹੀਂ ਆਉਂਦੀ ਵੀ ਆਮ 17-18 ਹਜ਼ਾਰ ਤੋਂ ਸ਼ੁਰੂ ਹੋ ਕੇ 17-18% ਤੋਂ ਜਾ ਕੇ 45% ਤੱਕ ਚਲੀ ਜਾਂਦੀ ਆ। ਦੂਜਾ ਇੱਕ ਕੰਪਨੀ ਸਿਸਟਮ ਜਾਂ ਟਰਸਟ ਸਿਸਟਮ, ਉਹ ਕਿਹੜੇ ਹਿਸਾਬ ਨਾਲ ਕਿੱਧਰ ਨੂੰ ਜਾ ਕੇ ਜਿਹੜਾ ਬੈਨੀਫਿਟ ਆ ਤੇ ਕਿਵੇਂ ਕਿਵੇਂ ਇਹ ਕੰਮ ਕਰਦਾ ਹੈ? ਕਿ ਪਹਿਲਾਂ ਸਵਾਲ ਫਿਰ ਮੈਂ ਅਗਲਾ ਬਹੁਤ ਵਧੀਆ ਸਵਾਲ ਜੀ। ਅਗੇਨ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਟੈਕਸ ਸਟਰਕਚਰ ਕਹਿ ਦਿੰਦੇ ਆ ਉਹਨਾਂ ਬਾਰੇ ਨਹੀਂ ਪਤਾ ਹੁੰਦਾ। ਸੋ ਪਹਿਲੀ ਗੱਲ ਕਰਦੇ ਹਾਂ ਆਪਾਂ ਤੁਹਾਡੀ ਟੈਕਸ ਸਲੈਬ ਦੀ, ਜੋ ਤੁਸੀਂ ਹੁਣੇ ਮੈਂਸ਼ਨ ਕੀਤੀ ਆ। ਸੋ ਟੈਕਸ ਸਲੈਬ ਸ਼ੁਰੂ ਹੁੰਦਾ ਵੀ ਜੇ ਤੁਹਾਡੀ ਟੈਕਸੇਬਲ ਇਨਕਮ ਸਾਲ ਦੀ 0 ਤੋਂ ਲੈ ਕੇ 18,200 ਦੇ ਵਿੱਚ ਆ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਆਊਗਾ। ਜੇ ਕੋਈ ਟੈਕਸ ਤੁਹਾਡਾ ਵਿਦਹੈਲਡ ਵੀ ਕੀਤਾ ਤੁਹਾਡੇ EMPLOYER ਨੇ, ਉਹ ਸਾਰਾ ਰਿਫੰਡ ਆ ਜਾਊਗਾ। ਅਗਲੀ ਜਿਹੜੀ ਸਲੈਬ ਆ ਉਹ ਹੈਗੀ ਆ 18,200 ਤੋਂ ਲੈ ਕੇ 45,000 ਦੀ। ਉਹਦੇ ਤੇ ਈਚ ਡਾਲਰ ਮਗਰ ਤੁਸੀਂ 19 ਸੈਂਟਸ ਟੈਕਸ ਦਿੰਦੇ ਹੋ ਮਿਨੀਮਮ। ਹਾਂਜੀ, ਉਦੋਂ ਬਾਅਦ 45 ਤੋਂ ਲੈ ਕੇ 120 ਦੀ ਸਲੈਬ ਆਉਂਦੀ ਹੈ ਜੀ। ਉਹਦੇ 'ਚ 32.5 ਸੈਂਟਸ ਤੁਸੀਂ ਪੇ ਕਰਦੇ ਹੋ ਹਰ ਡਾਲਰ ਮਗਰ। ਫਿਰ 120 ਤੋਂ 180 ਆਉਂਦੀ ਹੈ ਜੀ, ਜਿਹਦੇ ਵਿੱਚ ਤੁਸੀਂ 37 ਸੈਂਟਸ ਇਨ ਡਾਲਰ ਪੇ ਕਰਦੇ ਹੋ। ਤੇ ਉਦੋਂ ਬਾਅਦ 180 ਤੋਂ ਜੇ ਤੁਸੀਂ ਉੱਤੇ ਹੋ ਫਿਰ ਤੁਸੀਂ ਟੌਪ ਮਾਰਜਨਲ ਰੇਟ 'ਚ ਆ ਜਾਂਦੇ ਹੋ, ਜੋ ਕਿ ਹੈ 45 ਪੈਸੇ। ਹਾਂਜੀ, 45 ਸੈਂਟ, ਸੌਰੀ 45 ਸੈਂਟਸ ਡਾਲਰ ਦੇ ਵਿੱਚ। ਸੋ ਇਹ ਬਹੁਤ ਸਿੰਪਲ ਜੀ ਕੈਲਕੂਲੇਸ਼ਨ ਹੈ ਜੀ। ਇਹ ਸਾਰੀ ਇਨਫੋਰਮੇਸ਼ਨ ATO ਦੀ ਵੈਬਸਾਈਟ ਤੇ ਅਵੇਲੇਬਲ ਆ। ਤੁਸੀਂ ਇਹ ਕਦੋਂ ਵੀ ਚਾਹੋ ਇਨਫੋਰਮੇਸ਼ਨ ਲੈ ਸਕਦੇ ਹੋ। ਨਾਓ ਹੁਣ ਕਰਦੇ ਹਾਂ ਤੁਹਾਡੀ ਦੂਜੇ ਕੁਐਸਚਨ ਦਾ। ਹਾਂਜੀ, ਸੋ ਅਗੇਨ ਅ ਲੋਟ ਆਫ ਪੀਪਲ, ਜਿਹੜੇ ਲੋਕਾਂ ਨੂੰ ਜਾਣਕਾਰੀ ਹੁੰਦੀ ਉਹਨਾਂ ਨੇ ਨਾਂ ਸੁਣਿਆ ਹੁੰਦਾ ਕੰਪਨੀ ਦਾ, ਪਰ ਮੈਂ ਲੋਕਾਂ ਨੂੰ ਕੁਛ ਦੱਸਣਾ ਚਾਹੂੰਗਾ। ਮੇ ਬੀ ਇਹ ਅਵੇਅਰਨੈਸ ਐਲੀਮੈਂਟ ਹੋਵੇ ਉਹਨਾਂ ਲਈ। ਜੇ ਤੁਸੀਂ ਕਦੇ ਵੀ ਕੋਈ ਬਿਜ਼ਨਸ ਸ਼ੁਰੂ ਕਰਨਾ, ਤੁਸੀਂ ਆਪਦੇ ਮਨ ਚੋਂ ਸਟਰਕਚਰ ਲੈ ਕੇ ਨਹੀਂ ਜਾਣਾ। ਮੈਂ ਤੁਹਾਨੂੰ ਇਹ ਰਿਕਮੈਂਡ ਕਰੂੰਗਾ ਵੀ ਤੁਸੀਂ ਅਕਾਊਂਟੈਂਟ ਨਾਲ ਅਪਾਇੰਟਮੈਂਟ ਲਓ, ਉਹਨਾਂ ਨੂੰ ਬਹਿ ਕੇ ਆਪਦੇ ਫੈਕਟ ਦੱਸੋ ਵੀ ਮੈਂ ਆਹ ਬਿਜ਼ਨਸ ਲੈ ਰਿਹਾ ਜਾਂ ਆਹ ਕਰਨਾ ਚਾਹੁੰਦਾ, ਬੇਸਡ ਔਨ ਮੇਰੇ ਫੈਕਟਸ ਕੀ ਬੈਸਟ ਸਟਰਕਚਰ ਆ। ਉਹ ਇੱਕ ਕੰਪਨੀ ਵੀ ਹੋ ਸਕਦਾ ਹੈ, ਇੱਕ ਟਰਸਟ ਵੀ ਹੋ ਸਕਦਾ ਹੈ, ਇੱਕ ਪਾਰਟਨਰਸ਼ਿਪ ਵੀ ਹੋ ਸਕਦੀ ਹੈ, ਤੇ ਕਈ ਸਿਚੁਏਸ਼ਨਸ ਤਾਂ ਇੱਕ ਸੋਲ ਟਰੇਡਰ ਵੀ ਹੋ ਸਕਦਾ ਹੈ। ਸੋ ਜਿਹੜੀਆਂ ਇਹ ਸਟਰਕਚਰਸ ਕਹਿ ਦਿੰਦੇ ਆ, ਇਹ ਬਹੁਤ ਜ਼ਿਆਦਾ ਜਿਹੜਾ ਆਪਣਾ ਭਾਈਚਾਰਾ ਗਲਤੀ ਕਰਦਾ ਉਹ ਇਹ ਹੈ ਵੀ ਉਹ ਆਪ ਜਾਂਦੇ ਅਕਾਊਂਟੈਂਟ ਨੂੰ ਕਹਿੰਦੇ ਜੀ ਮੇਰੀ ਕੰਪਨੀ ਖੋਲ ਦਿਓ। ਅਕਾਊਂਟੈਂਟ ਨੇ ਤਾਂ ਖੋਲ ਦੇਣੀ ਹੈ ਜੀ, ਕਿਸੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਬਹਿ ਕੇ ਸਮਝਾਉਣ ਦਾ। ਓਬਵੀਅਸਲੀ ਮੂਰਲਾ ਵੀ ਕਾਸਟ ਕਟਿੰਗ ਪੁਆਇੰਟ ਆਫ ਵਿਊ ਤੋਂ ਦੇਖਦਾ, ਪਰ ਡਾਊਨ ਦਾ ਟਰੈਕ ਕਦੇ ਉਹਨਾਂ ਨੂੰ ਇੰਨਾ ਟੈਕਸ ਭਰਨਾ ਪੈ ਜਾਂਦਾ ਜਦੋਂ ਉਹ ਬਿਜ਼ਨਸ ਵੇਚਦੇ, ਫਿਰ ਉਹ ਰੀਅਲਾਈਜ਼ ਕਰਦੇ ਵੀ ਮੇ ਬੀ ਅਸੀਂ ਉਹ ਇਨੀਸ਼ੀਅਲ $1,000-2,000 ਲਾਇਆ ਹੁੰਦਾ ਤਾਂ ਸਾਨੂੰ ਐਡਵਾਈਸ ਚੰਗੀ ਮਿਲ ਜਾਂਦੀ ਤੇ ਸਾਡਾ ਟੈਕਸ ਮਿਨੀਮਾਈਜ਼ ਹੋ ਜਾਣਾ ਸੀ। ਸੋ ਜਿਹੜੀਆਂ ਇਹ ਗੱਲਾਂ ਵੀਰੇ, ਇਹਨਾਂ ਦਾ ਧਿਆਨ ਰੱਖੋ। ਕੋਈ ਅਕਾਊਂਟੈਂਟ, ਮੋਸਟ ਆਫ ਦਾ ਅਕਾਊਂਟੈਂਟ ਜਿਹੜੇ ਐਥੀਕਲੀ ਡੀਲ ਕਰਦੇ ਆ, ਉਹ ਮਤਲਬ ਸ਼ੌਕੀਆ ਤੌਰ ਤੇ ਕੋਈ ਵੱਧ ਪੈਸੇ ਨਹੀਂ ਚਾਰਜ ਕਰਦਾ, ਬਟ ਉਹਨਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੁੰਦੀ ਆ ਵੀ ਤੁਸੀਂ ਮੌਕਾ ਦਿੱਤਾ ਉਹਨਾਂ ਦੀ ਸਲਾਹ ਲੈਣ ਦਾ। ਮੰਨ ਲਓ ਵੀ ਤੁਹਾਡੇ ਕੋਲੇ ਕੋਈ ਲਾਈਫ ਥ੍ਰੈਟਨਿੰਗ ਇੰਜਰੀ ਹੋ ਗਈ, ਤੁਸੀਂ ਇੱਕ ਸੈਕੰਡ ਓਪੀਨੀਅਨ ਡਾਕਟਰ ਕੋਲੋਂ ਲੈਣ ਜਾਂਦੇ ਹੋ ਨਾ, ਉਹ ਸੇਮ ਫਿਲਾਸਫੀ ਇੱਥੇ ਅਪਲਾਈ ਹੁੰਦੀ ਹੈ। ਹਾਂਜੀ, ਤੇ ਜਿਹੜਾ ਟਰਸਟ ਦਾ ਜਿਹੜਾ ਇੱਕ ਸਿਸਟਮ ਆ, ਮੈਂ ਦੇਖਿਆ, ਮੈਂ ਖੁਦ ਵੀ ਆਪਣਾ ਤਜਰਬਾ ਦੱਸਾਂ ਵੀ ਮੈਂ ਵੀ ਬਿਜ਼ਨਸ 'ਚ ਜਦੋਂ ਪਿਆ, ਮੈਨੂੰ ਨਹੀਂ ਪਤਾ ਸੀ, ਮੈਂ ਇਹਨਾਂ ਦੀ ਰਾਏ ਲਈ ਤਾਂ ਰਾਏ ਦੇ ਵਿੱਚ ਮੈਨੂੰ ਪਤਾ ਲੱਗਿਆ ਵੀ ਮੈਂ ਬਿਜ਼ਨਸ ਕੰਪਨੀ ਦੀ ਥਾਂ ਤੇ ਟਰਸਟ ਹੇਠ ਰੱਖਾਂ। ਤੇ ਜਦੋਂ ਮੈਂ ਉਦੋਂ ਨਹੀਂ ਮੈਨੂੰ ਕੋਈ ਫਰਕ ਪਤਾ ਲੱਗਿਆ, ਜਦੋਂ 2 ਸਾਲਾਂ ਬਾਅਦ ਮੈਂ ਵੇਚਿਆ, ਉਦੋਂ ਮੈਨੂੰ ਬਹੁਤ ਵੱਡਾ ਬੈਨੀਫਿਟ ਹੋਇਆ। ਉਹ ਵੀ ਜ਼ਰੂਰ ਤੁਸੀਂ ਦੱਸੋ। ਬਿਲਕੁਲ ਜੀ। ਸੋ ਟਰਸਟ ਜਿਹੜਾ ਟੈਕਸ ਸਟਰਕਚਰ ਹੁੰਦਾ, ਉਹਦੀ ਸਭ ਤੋਂ ਵੱਡੀ ਐਡਵਾਂਟੇਜ ਹੁੰਦੀ ਹੈ, 2 ਐਡਵਾਂਟੇਜਸ ਹੁੰਦੀਆਂ। ਪਹਿਲੀ ਐਡਵਾਂਟੇਜ ਹੁੰਦੀ ਹੈ ਇਨਕਮ ਡਿਸਟ੍ਰੀਬਿਊਸ਼ਨ, ਮਤਲਬ ਉਹ ਅਲਾਓ ਕਰਦਾ ਲੀਗਲੀ ਵੀ ਤੁਸੀਂ ਆਪਦੀ ਇਨਕਮ ਟੈਕਸ ਇਫੈਕਟਿਵ ਵੇ ਨਾਲ ਸਪਲਿਟ ਕਰ ਸਕਦੇ ਹੋ, ਆਪਦੀ ਵਾਈਫ ਦੇ ਨਾਲ, ਆਪਦੇ ਕਿਡਸ ਦੇ ਨਾਲ। ਸੋ ਉਹਦੇ ਨਾਲ ਇਹ ਤੁਹਾਡਾ ਟੈਕਸ ਮਿਨੀਮਾਈਜ਼ ਹੋ ਜਾਂਦਾ। ਤੇ ਦੂਜਾ ਜਿਹੜਾ ਸਭ ਤੋਂ ਵੱਡਾ ਬੈਨੀਫਿਟ ਆ, ਉਹ ਜਦੋਂ, ਜਿਵੇਂ ਤੁਸੀਂ ਮੈਂਸ਼ਨ ਕੀਤਾ, ਜਦੋਂ ਤੁਸੀਂ ਬਿਜ਼ਨਸ ਵੇਚਦੇ ਹੋ ਉਦੋਂ ਤੁਹਾਨੂੰ CGT ਸਟੈਂਡ ਕਰਦਾ ਕੈਪੀਟਲ ਗੇਨਸ ਟੈਕਸ ਲਈ। ਜਿਹੜਾ CGT ਡਿਸਕਾਊਂਟ ਹੁੰਦਾ, ਜੋ ਕਿ ਇੱਕ ਇੰਡੀਵਿਜੂਅਲ ਨੂੰ ਵੀ ਮਿਲਦਾ, ਟਰਸਟ ਨੂੰ ਵੀ ਮਿਲਦਾ, ਪਰ ਕੰਪਨੀ ਨੂੰ ਨਹੀਂ ਮਿਲਦਾ, ਉਹ ਮਿਲਦਾ ਹੈ। ਸੋ ਕਹਿਣ ਤੋਂ ਭਾਵ ਇਹ ਵੀ ਮੰਨ ਲਓ ਤੁਸੀਂ ਵੀ $10 ਲੱਖ ਦਾ ਬਿਜ਼ਨਸ ਵੇਚਦਾ, $10 ਲੱਖ ਤੋਂ ਤੁਹਾਨੂੰ ਸਿਰਫ $5 ਲੱਖ ਤੇ ਹੀ ਟੈਕਸ ਭਰਨਾ ਹੋਊਗਾ। ਹਾਲਾਂਕਿ ਜੇ ਤੁਹਾਡਾ ਬਿਜ਼ਨਸ ਕਈ ਹੋਰ ਐਲੀਮੈਂਟ ਵੀ ਸੈਟਿਸਫਾਈ ਕਰਦਾ ਤਾਂ 5 ਲੱਖ ਵੀ ਫਰਦਰ ਰਿਡਿਊਸ ਕਰ ਸਕਦੇ ਹਾਂ ਆਪਾਂ ਕੈਪੀਟਲ ਗੇਨਸ ਜਿਹੜੇ ਟੈਕਸ ਦੇ ਬੈਨੀਫਿਟਸ ਲੈ ਕੇ। ਸੋ ਇਟ ਮੀਨਸ ਪਹਿਲਾਂ ਤੁਸੀਂ ਉਹਦੀ ਜਿੰਨੀ ਉਹਦੇ ਤੇ ਕਾਸਟ ਲੱਗੀ ਸੀ ਉਹ ਹੋ ਗਈ,
ਜੇ ਤੁਹਾਡੀ 10 ਲੱਖ ਬੈਨੀਫਿਟ ਆ ਹਾਂਜੀ। ਤਾਂ ਬੈਨੀਫਿਟ ਚੋਂ ਵੀ 50% ਦਾ ਬੈਨੀਫਿਟ ਤੁਹਾਨੂੰ ਹੋਰ ਮਿਲ ਬਿਲਕੁਲ ਜੀ। ਤੇ ਬਾਕੀ ਹੋਰ ਜਿਹੜੀਆਂ ਬਿਲਕੁਲ ਐਂਡ ਸਮਾਲ ਬਿਜ਼ਨਸ ਹੋਰ ਵੀ ਇਨਸੈਂਟਿਵਸ ਮਿਲਦੇ ਆ ਜੀ। ਦੇਖੋ ਜੇ ਤਾਂ ਤੁਹਾਡਾ ਸਮਾਲ ਬਿਜ਼ਨਸ ਐਕਟਿਵ ਐਸੈਟ ਰਿਕਗਨਾਈਜ਼ ਹੋ ਜੇ, ਕਈ ਕੰਡੀਸ਼ਨਸ ਹੁੰਦੀਆਂ ਜੇ ਉਹ ਤੁਸੀਂ ਮੀਟ ਕਰ ਲਓ ਤਾਂ ਉਹ 5 ਲੱਖ ਵੀ ਅੱਧਾ ਰਹਿ ਜਾਂਦਾ। ਤੇ ਉਦੋਂ ਬਾਅਦ ਜੇ ਮੰਨ ਲਓ ਵੀ ਤੁਸੀਂ ਰਿਟਾਇਰਮੈਂਟ ਐਗਜ਼ੰਪਸ਼ਨ ਦੀਆਂ ਕੈਟਾਗਰੀ 'ਚ ਆ ਜਾਓ ਤਾਂ ਕਈ ਵਾਰੀ ਤਾਂ ਸਾਰਾ ਗੇਨ ਹੀ ਐਲੀਮੀਨੇਟ ਹੋ ਜਾਂਦਾ। ਪਰ ਇਹ ਚੀਜ਼ਾਂ ਲੋਕਾਂ ਨੂੰ ਅਗੇਨ ਮੇ ਬੀ ਬਹੁਤ ਭਾਰੀ ਇਨਫੋਰਮੇਸ਼ਨ ਲੱਗੇ, ਪਰ ਇਸੇ ਲਈ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਤੁਸੀਂ ਇੱਕ ਅਕਾਊਂਟੈਂਟ ਤੋਂ ਸਲਾਹ ਜ਼ਰੂਰ ਲਓ ਵੀ ਮੇਰਾ ਬੈਸਟ ਟੈਕਸ ਸਟਰਕਚਰ ਅੱਜ ਦੀ ਘੜੀ ਕੀ ਆ, ਅੱਜ ਦੀ ਘੜੀ ਦਾ ਡਿਸੀਜਨ ਲੈਣਾ ਜਿਹੜਾ ਕਿ ਤੁਹਾਨੂੰ ਫਿਊਚਰ 'ਚ ਹੈਲਪ ਕਰੂਗਾ। ਬਿਲਕੁਲ ਜੀ। ਇੱਥੇ ਨਾ ਕਈ ਵਾਰੀ ਸਾਡੇ ਭਾਈਚਾਰੇ 'ਚ ਕਮੀ ਆ, ਅਸੀਂ ਜੋ ਘਰ-ਬਾਰ ਵੀ ਲੈਂਦੇ ਆ ਨਾ ਤੇ ਕਈ ਵਾਰੀ ਉਹਦੀ ਗੱਲ ਹੁੰਦੀ ਹੈ ਇਨਸਪੈਕਸ਼ਨ ਕਰਨ ਦੀ, ਤੇ ਇਨਸਪੈਕਸ਼ਨ ਵਾਲਾ ਮੰਗ ਲੈਂਦਾ ਸਾਡੇ ਤੋਂ $1200 ਤੇ ਅਸੀਂ ਉਹ 1200 ਦੇਣ ਦੀ ਥਾਂ ਤੇ ਕਹਿ ਦਿੰਦੇ ਆ ਵੀ ਯਾਰ ਇਨਸਪੈਕਸ਼ਨ ਨੂੰ ਕੀ ਹੈ, ਦੇਖਿਆ ਹੀ ਆ, ਵਧੀਆ ਹੀ ਆ। ਤੇ ਬਾਅਦ 'ਚ ਪਤਾ ਲੱਗਦਾ ਜਦੋਂ ਛੱਤ 'ਚੋਂ ਸਿਉਂਖ ਨਿਕਲੇ ਤੇ ਕਿਸੇ ਚੀਜ਼ 'ਚੋਂ ਹੋਰ ਨਿਕਲੇ ਤੇ ਬਾਅਦ 'ਚ ਫਿਰ ਲੜੀ ਜਾਂਦੇ ਆ ਤੇ ਘਰ ਤੁਹਾਡਾ 20-50 ਹਜ਼ਾਰ ਡਾਊਨ ਪੈ ਜਾਂਦਾ ਤੇ ਉਦੋਂ 1200। ਇਵੇਂ ਅਕਾਊਂਟੈਂਟ ਦਾ ਆਪਾਂ ਸ਼ਾਇਦ 500 ਬਚਾਵਾਂਗੇ ਤੇ ਉਹ ਕਿਸੇ ਪਾਸੇ ਹੋਰ ਉਦੋਂ ਬਾਅਦ ਫਸ ਜਾਂਦਾ ਬੰਦਾ। ਬਿਲਕੁਲ। ਹੁਣ ਇਹਦੇ 'ਚ ਦੋ ਅੱਗੇ ਜਿਹੜੀਆਂ ਗੱਲਾਂ, ਇੱਕ ਤਾਂ ਗੱਲ ਇਹ ਆ ਗਈ ਵੀ ਕਈ ਵਾਰ ਸਾਡੇ ਲੋਕ ਕਹਿ ਦਿੰਦੇ ਆ ਵੀ ਸਰਕਾਰ ਇੱਕ ਤੁਹਾਡੇ ਨਾਲ ਪਲੇ ਅਪ ਕਰਦੀ ਆ ਵੀ ਮੰਨ ਲਓ ਤੁਹਾਡੇ ਕੋਲੇ ਤੁਸੀਂ 6 7 8 9 ਮਹੀਨਿਆਂ ਬਾਅਦ ਇੱਕ ਆਪਦੀ ਅਕਾਊਂਟੈਂਟ ਨਾਲ ਜੁੜੇ ਹੋਏ ਹੋ, ਬਿਜ਼ਨਸ ਕਰਦੇ ਹੋ ਤੇ ਅਕਾਊਂਟੈਂਟ ਤੁਹਾਨੂੰ ਐਡਵਾਈਜ਼ ਕਰਦਾ ਵੀ ਲਾਸਟ ਕੁਆਟਰ ਰਹਿ ਗਿਆ, ਤੁਸੀਂ ਇੰਨੇ ਪ੍ਰੋਫਿਟ 'ਚ ਜਾ ਰਹੇ ਹੋ, ਤੁਸੀਂ ਗੱਡੀ ਤੇ ਇਨਵੈਸਟ ਕਰ ਲਓ, ਖਰਚੇ 'ਚ ਆਹ ਚੀਜ਼ ਲੈ ਲਓ, ਆਹ ਚੀਜ਼ਾਂ ਲੈ ਲਓ। ਉਹਨੂੰ ਇੱਕ ਲੋਕ ਤਾਂ ਇਹ ਸਮਝਦੇ ਆ ਵੀ ਚਲੋ ਵਧੀਆ ਨਵੀਆਂ ਚੀਜ਼ਾਂ ਆ ਗਈਆਂ, ਨਵਾਂ ਕੰਮ ਕਰ। ਦੂਜੇ ਲੋਕ ਇਹ ਸਮਝਦੇ ਆ ਵੀ ਸਾਡੇ ਤੇ ਫੇਰ ਕਰਜ਼ਾ ਚੜ ਜੂਗਾ, ਫੇਰ ਸਾਨੂੰ ਬੋਝ ਪੈਂਦਾ, ਫੇਰ ਕਿਸ਼ਤਾਂ ਭਰਦੇ ਫਿਰਾਂਗੇ। ਤਾਂ ਉਹ ਇਹ ਵੀ ਇੱਕ ਸਰਕਾਰ ਦੀ ਇੱਕ ਨੀਤੀ ਹੈ, ਤੁਹਾਨੂੰ ਫਸਾ ਲੈਂਦੀ ਹੈ ਜਾਲ 'ਚ। ਸੋ ਇਹ ਅਸਲ ਹੈ ਕੀ ਇਹ? ਹਾਂਜੀ, ਬਹੁਤ ਬਹੁਤ ਵਧੀਆ ਸਵਾਲ ਕੀਤਾ ਜੀ ਤੁਸੀਂ। ਮੈਂ ਕੋਵਿਡ ਤੋਂ ਪਹਿਲਾਂ ਦੀ ਗੱਲ ਲੈ ਲਾਂ। ਸੋ ਜਦੋਂ ਕੋਵਿਡ ਸ਼ੁਰੂ ਹੋਇਆ ਸੀ ਮਾਰਚ 2020 ਦੇ ਕਰੀਬ, ਉਦੋਂ ਲੋਕਾਂ ਦਾ ਜਿਹੜੀ ਬਾਇੰਗ ਕੌਨਫੀਡੈਂਸ ਸੀ ਉਹ ਬਹੁਤ ਜ਼ਿਆਦਾ ਡਿੱਗ ਗਿਆ ਸੀ। ਉਹਦੇ ਨਾਲ ਕੀ ਹੋਇਆ ਵੀ ਕੋਈ ਟ੍ਰਾਂਜੈਕਸ਼ਨਸ ਨਹੀਂ ਹੋ ਰਹੀਆਂ ਸੀ। ਸਰਕਾਰ ਨੂੰ ਇਹ ਸੀ ਵੀ ਇਕਨੋਮੀ ਰਿਸੈਸ਼ਨ 'ਚ ਜਾਊਗੀ। ਸੋ ਸਰਕਾਰ ਨੇ ਕੀ ਕੀਤਾ ਜੀ, ਉਸ ਇਕਨੋਮੀ ਨੂੰ ਬੂਸਟ ਕਰਨ ਲਈ ਉਹਨਾਂ ਨੇ ਜਿਹੜੀ ਐਸੈਟਸ ਤੇ ਆਮ ਤੌਰ ਤੇ ਲਿਮਿਟ ਹੁੰਦੀ ਹੈ, ਜਿਵੇਂ ਸਪੈਸ਼ਲੀ ਕਾਰ ਤੇ ਇੱਕ ਲਿਮਿਟ ਹੁੰਦੀ ਹੈ, ਇੱਕ ਲਿਮਿਟ ਤਾਈਂ ਤੁਸੀਂ ਕਾਰ ਕਲੇਮ ਕਰ ਸਕਦੇ ਹੋ। ਸੋ ਉਹਨਾਂ ਨੇ ਕੀ ਕੀਤਾ ਵੀ ਉਹਨਾਂ ਨੇ ਕਿਹਾ ਵੀ ਜਿੰਨੀ ਮੈਕਸਿਮਮ ਲਿਮਿਟ ਤੱਕ ਦੀ ਕੋਈ ਵੀ ਕਾਰ ਲੈ ਲਓ, ਜੋ ਮੈਕਸਿਮਮ ਲੀਗਲ ਅਲਾਉਡ ਲਿਮਿਟ ਆ ਉਹ ਤੁਸੀਂ ਕਲੇਮ ਕਰ ਸਕਦੇ ਹੋ। ਉਦੋਂ ਬਾਅਦ ਉਹਨਾਂ ਨੇ ਇਹ ਕਹਿਤਾ ਵੀ ਕੋਈ ਵੀ ਐਸੈਟ ਲੈਣਾ ਤੁਸੀਂ ਬਿਜ਼ਨਸ ਦੇ ਵਿੱਚ, ਕਾਰ ਨੂੰ ਛੱਡ ਕੇ, ਲੈਟਸ ਸੇ ਵੀ ਮੰਨ ਲਓ ਤੁਹਾਡੇ ਫਾਰਮ ਬਿਜ਼ਨਸ 'ਚ ਤੁਸੀਂ ਟਰੈਕਟਰ ਲੈਣਾ ਤੇ ਟਰੈਕਟਰ ਮੰਨ ਲਓ ਤੁਸੀਂ $500,000 ਜਾਂ $5 ਲੱਖ ਦਾ ਟਰੈਕਟਰ ਲੈਣਾ, ਉਹ ਸਾਰੇ ਦਾ ਸਾਰਾ ਖਰਚੇ 'ਚ ਪੈ ਜਾਊਗਾ। ਹੁਣ ਗੱਲ ਆ ਗਈ ਵੀ ਕਿਸ਼ਤਾਂ ਦੀ, ਜਿਵੇਂ ਤੁਸੀਂ ਕਹਿੰਦੇ ਹੋ ਵੀ ਕਈ ਲੋਕ ਇਹ ਸੋਚਦੇ ਆ ਵੀ ਪੰਗਾ ਸੇੜ ਲਿਆ, ਕਈ ਲੋਕਾਂ ਨੂੰ ਇਹ ਆ ਵੀ ਬਚ ਗਏ। ਸੀ ਤੁਸੀਂ ਕੀ ਐਨਾਲਾਈਜ਼ ਕਰਨਾ, ਤੁਸੀਂ ਇਹ ਦੇਖਣਾ ਸਭ ਤੋਂ ਪਹਿਲਾਂ ਕਿ ਕੀ ਮੈਨੂੰ ਜੈਨੂਇਨਲੀ ਇਸ ਐਸੈਟ ਦੀ ਲੋੜ ਆ। ਜੇ ਤਾਂ ਤੁਹਾਨੂੰ ਹੈ ਫਿਰ ਤਾਂ ਤੁਸੀਂ ਲਵੋ, ਬਿਲਕੁਲ। ਪਰ ਉਹਦੇ 'ਚ ਵੀ ਸੈਕਿੰਡ ਸਟੈਪ ਲੈਣ ਤੋਂ ਬਾਅਦ ਇਹ ਹੈ ਵੀ ਪਹਿਲਾ ਸਟੈਪ ਜੇ ਤੁਹਾਡਾ ਹਾਂ ਤਾਂ ਦੂਜਾ ਸਟੈਪ ਇਹ ਹੈ ਵੀ ਕੀ ਮੇਰੀ ਕੈਸ਼ ਫਲੋ ਅਲਾਓ ਕਰਦੀ ਆ। ਸੋ ਕੈਸ਼ ਫਲੋ ਕੀ ਹੁੰਦਾ ਵੀ ਹਰ ਮਹੀਨੇ ਮੇਰੇ ਕੋਲੇ ਇੰਨੇ ਪੈਸੇ ਬਚ ਕੇ ਆ ਰਹੇ ਆ। ਜੇ ਔਨ ਟੌਪ ਆਫ ਦੈਟ ਤੁਸੀਂ ਉਹਦੀ ਕਿਸ਼ਤ ਅਫੋਰਡ ਕਰ ਸਕਦੇ ਹੋ ਤਾਂ ਪਲੀਜ਼ ਗੋ ਹੈਡ ਐਂਡ ਪ੍ਰੋਸੀਡ ਇਟ। ਉਹੀ ਗੱਲ ਆ ਗਈ ਨਾ ਜੀ, ਟੈਕਸ ਬੈਨੀਫਿਟ ਲੈਣ ਲਈ ਜੇ ਤੁਸੀਂ ਮੰਨ ਲਓ ਵੀ 60,000 ਦੀ ਕਾਰ ਲਈ ਆ, ਠੀਕ ਹੈ ਜੀ, 60 ਤੇ ਤੁਹਾਨੂੰ 20,000 ਟੈਕਸ ਬਚਦਾ, 40 ਤਾਂ ਫਿਰ ਵੀ ਜਿਬ ਹੋ ਗਿਆ, ਠੀਕ ਹੈ ਨਾ ਜੀ। ਸੋ ਉਹ ਜੇ ਲੋਕਾਂ ਨੂੰ ਇਹ ਹੈ ਵੀ ਹਾਂਜੀ ਮੇਰੀ ਕਾਰ ਆਲਮੋਸਟ ਟੁੱਟੀ ਭੱਜੀ ਹੋਈ ਪਈ ਹੈ, ਮੇਰਾ ਹੁਣ ਜੀ ਕਰਦਾ ਮੈਂ ਨਵੀਂ ਕਾਰ ਲੈ ਲਾਂ, ਤਾਂ ਮੈਂ ਦੈਨ ਯੂ ਕੈਨ ਗੋ ਹੈਡ ਐਂਡ ਗੈਟ ਦੈਟ ਕਾਰ। ਹੁਣ ਇੱਕ ਸੁਪਰ ਐਨੂਏਸ਼ਨ ਦੀ ਗੱਲ ਆ। ਸੁਪਰ ਐਨੂਏਸ਼ਨ ਇੱਕ ਇਹੋ ਜਿਹਾ ਫੰਡਾ ਵੀ ਉਹ ਵੀ ਨਾ ਜਦੋਂ ਤਾਂ ਸਮਾਂ ਹੁੰਦਾ ਉਦੋਂ ਤਾਂ ਉਹ ਬੜਾ ਬੁਰਾ ਲੱਗਦਾ, ਚਾਹੇ ਅਸੀਂ ਆਪਦੇ EMPLOYEE ਨੂੰ ਪੇ ਕਰਦੇ ਹਾਂ, ਚਾਹੇ ਅਸੀਂ ਆਪਣੇ ਆਪ ਨੂੰ ਪੇ ਕਰਨ ਤੋਂ ਵੀ ਬਚਦੇ ਆ ਬਹੁਤ ਸਾਰੇ ਲੋਕ। ਹੁਣ ਤਾਂ ਬਚਣਾ ਔਖਾ ਹੋ ਗਿਆ, ਸਰਕਾਰ ਨੇ ਸਖਤੀ ਕੀਤੀ ਹੋਈ ਆ, ਪਰ ਲੋਕ ਆਪ ਦਾ ਸੁਪਰ ਐਨੂਏਸ਼ਨ ਜਿਹੜੀ ਆਪਦੀ ਜਿਹੜੀ ਜੇ ਬਿਜ਼ਨਸ ਕਰਦੇ ਆ ਤੇ ਖੁਦ EMPLOYE ਆ ਉੱਥੇ ਕਰ ਰਹੇ ਆ, ਜਾਣੀ ਕਿ ਵਰਕਿੰਗ ਜਿਹੜਾ ਉਹ ਹੈਗੇ ਆ ਡਾਇਰੈਕਟਰ, ਤਾਂ ਉਹ ਆਪ ਦਾ ਸੁਪਰ ਐਨੂਏਸ਼ਨ ਨਹੀਂ ਪਾਉਂਦੇ। ਉਹ ਸੋਚਦੇ ਆ ਵੀ ਇੱਕ ਫਾਲਤੂ ਦਾ ਪੈਸਾ ਉਹ ਸਰਕਾਰ ਨੂੰ ਜਮ੍ਹਾਂ ਕਰ ਦਿੰਦੇ ਆ, ਪਰ ਐਂਡ ਆਫ ਦ ਡੇ ਭਾਵੇਂ ਉਹ ਤੁਹਾਨੂੰ ਮਿਲ ਜਾਣਾ, ਪਰ ਕਿਸੇ ਕੋਲ ਇੰਨਾ ਸਬਰ ਕਿਹਦੇ ਕੋਲੇ ਆ? ਕਿਉਂਕਿ ਜੇ ਕੋਈ 35-40 ਸਾਲ ਦੀ ਏਜ ਦਾ ਬੰਦਾ ਆਖੇ ਵੀ ਮੈਂ ਸੁਪਰ ਐਨੂਏਸ਼ਨ 'ਚ ਪੈਸੇ ਪਾ ਰਿਹਾ, ਕਈ ਵਾਰੀ ਅਕਾਊਂਟੈਂਟ ਵੀ ਇਹ ਰਾਏ ਦੇ ਦਿੰਦਾ ਵੀ ਤੁਹਾਡੇ ਕੋਲੇ 40,000 ਬਚ ਰਿਹਾ, ਜੇ ਤੁਸੀਂ ਟੈਕਸ ਭਰਨਾ 20,000 ਆਪਦੀ ਸੁਪਰ 'ਚ ਪਾ ਦਿਓ। ਤਾਂ ਮੇਰੇ ਵਰਗਾ ਪਾਉਂਦਾ ਨਹੀਂ, ਇਹ ਸੋਚਦਾ ਯਾਰ ਜੇ ਮੈਂ ਸੁਪਰ 'ਚ ਪਾਤਾ ਮੈਨੂੰ ਤਾਂ 30 ਸਾਲ 20 ਸਾਲ ਮਿਲਣੇ ਨਹੀਂ,
ਇਹ ਕੀ ਫੰਡ ਆ ਸਹੀ? ਬਿਲਕੁਲ ਜੀ, ਬਹੁਤ ਸਾਰੇ ਲੋਕ ਸੁਪਰ ਨੂੰ ਅੰਡਰ ਐਸਟੀਮੇਟ ਕਰਦੇ ਆ। ਸੋ ਜਿਹੜੇ ਲੋਕਾਂ ਨੂੰ ਸੁਪਰ ਐਨੂਏਸ਼ਨ ਬਾਰੇ ਨਹੀਂ ਪਤਾ ਜਾਂ ਪਹਿਲੀ ਵਾਰੀ ਸਮਝ ਰਹੇ ਆ, ਬੇਸਿਕਲੀ ਸੁਪਰ ਐਨੂਏਸ਼ਨ ਇੱਕ ਟਾਈਪ ਦੀ ਪੈਨਸ਼ਨ ਹੁੰਦੀ ਹੈ ਤੁਹਾਡੀ। ਇਹ ਤੁਸੀਂ ਉਦੋਂ ਹੀ ਐਕਸੈਸ ਕਰ ਸਕਦੇ ਹੋ ਜਦੋਂ ਤੁਸੀਂ ਰਿਟਾਇਰ ਹੁੰਦੇ ਹੋ। ਅੱਜ ਦੀ ਘੜੀ ਆਈ ਥਿੰਕ ਰਿਟਾਇਰਮੈਂਟ ਏਜ 65 ਸਾਲ ਹੈ। 65 ਸਾਲ ਤੇ ਜਾ ਕੇ ਤੁਸੀਂ ਜਿੰਨਾ ਵੀ ਸੁਪਰ 'ਚ ਪੈਸਾ ਪਾਇਆ ਉਹ ਟੈਕਸ ਫ੍ਰੀ ਬਾਹਰ ਕੱਢ ਸਕਦੇ ਹੋ। ਸੋ ਤੁਸੀਂ ਬਿਲਕੁਲ ਸਹੀ ਕਿਹਾ ਵੀ ਬਹੁਤ ਜ਼ਿਆਦਾ ਲੋਕ ਇਹ ਗੱਲ ਗੌਲਦੇ ਨਹੀਂ, ਖਾਸ ਕਰ ਆਪਣਾ ਭਾਈਚਾਰਾ। ਉਹਦੇ ਚ ਦੋ ਐਲੀਮੈਂਟ ਹੈ ਜੀ ਜੋ ਸਾਨੂੰ ਦੇਖਣ ਨੂੰ ਮਿਲਿਆ। ਇੱਕ ਤਾਂ ਉਹ ਇਹ ਸੋਚਦੇ ਆ ਵੀ ਫਿਊਚਰ 'ਚ ਅਨਸਰਟਨ ਆ, ਪਤਾ ਨਹੀਂ ਕੀ ਹੋਣਾ, ਵੀ ਪੈਸਾ ਕੋਲੇ ਰੱਖ ਲਈਏ। ਦੂਜਾ, ਉਹਨਾਂ ਨੂੰ ਇਹ ਅਵੇਅਰਨੈਸ ਨਹੀਂ ਵੀ ਸੁਪਰ 'ਚ ਪੈਸਾ ਗਰੋ ਹੁੰਦਾ। ਸੋ ਆਮ ਤੌਰ ਤੇ ਜੇ ਤੁਸੀਂ ਕੋਈ ਵੀ ਇੰਡਸਟਰੀ ਸੁਪਰ ਫੰਡ ਦੇਖ ਲਓ, ਉਹਨਾਂ ਦਾ ਪੈਸਾ 10% ਦੇ ਹਿਸਾਬ ਨਾਲ ਗਰੋ ਕਰ ਰਿਹਾ। ਨਾਓ ਸੁਪਰ ਲਈ ਤੁਹਾਨੂੰ ਬੈਸਟ ਪਰਸਨ ਜੋ ਐਡਵਾਈਸ ਕਰ ਸਕਦਾ ਉਹ ਇੱਕ ਫਾਈਨੈਂਸ਼ੀਅਲ ਪਲੈਨਰ ਹੁੰਦਾ। ਫਾਈਨੈਂਸ਼ੀਅਲ ਪਲੈਨਰ ਤੁਹਾਨੂੰ ਤੁਹਾਡੇ ਗੋਲਸ ਪੁੱਛਦਾ ਵੀ ਤੁਹਾਡੇ ਰਿਟਾਇਰ ਹੋਣ ਦੇ ਕੀ ਗੋਲਸ ਆ। ਮੰਨ ਲਓ ਤੁਸੀਂ ਕਹੋ ਵੀ ਮੈਨੂੰ ਛੋਟਾ ਘਰ ਚਾਹੀਦਾ, ਬੱਚੇ ਮੇਰੇ ਵਿਆਹੇ ਜਾਣਗੇ ਤੇ ਮੈਨੂੰ ਸਾਲ ਦਾ ਮੰਨ ਲਓ ਵੀ $60,000 ਮੈਨੂੰ ਤੇ ਮੇਰੀ ਵਾਈਫ ਨੂੰ ਚਾਹੀਦਾ ਤੇ ਅਸੀਂ ਸਰਵਾਈਵ ਕਰ ਲਾਂਗੇ। ਉਸ ਬੇਸਿਸ ਤੇ ਫਾਈਨੈਂਸ਼ੀਅਲ ਪਲੈਨਰ ਤੁਹਾਨੂੰ ਇੱਕ ਬਹੁਤ ਵਧੀਆ ਪਲਾਨ ਕੱਟ ਕੇ ਦੇ ਦਿੰਦਾ। ਪਰ ਗੱਲ ਕਰਦੇ ਹਾਂ ਟੈਕਸ ਪੁਆਇੰਟ ਆਫ ਵਿਊ ਦੀ ਹੁਣ। ਹਾਂਜੀ ਬਿਲਕੁਲ, ਜੇ ਤੁਸੀਂ ਪਰਸਨਲੀ ਸੁਪਰ ਕੰਟਰੀਬਿਊਟ ਕਰਦੇ ਹੋ, ਠੀਕ ਹੈ ਜੀ, ਤਾਂ ਤੁਹਾਨੂੰ ਇਹ ਟੈਕਸ ਡਿਡਕਸ਼ਨ ਮਿਲਦੀ ਹੈ। ਇਹ ਬੋਥ ਬਿਜ਼ਨੈਸਿਸ ਤੇ ਜਿਹੜੇ ਲੋਕ TFN ਤੇ ਵੀ ਇੰਪਲੋਇਡ ਆ ਉਹਨਾਂ ਲਈ ਵੀ ਐਪਲੀਕੇਬਲ ਆ। ਸੋ ਮੰਨ ਲਓ ਵੀ ਤੁਸੀਂ ਇੱਕ ਬੰਦੇ ਦਾ ਐਗਜ਼ਾਮਪਲ ਲੈ ਲੈਂਦੇ ਆ ਵੀ ਉਹ $1,00,000 ਸਾਲ ਦਾ ਕਮਾਉਂਦਾ ਪਲੱਸ ਸੁਪਰ। ਲੱਖ ਚੋਂ $11,000 ਔਨ ਟੌਪ ਉਹਦਾ ਇੰਪਲੋਇਰ ਸੁਪਰ 'ਚ ਪਾ ਦਿੰਦਾ। ਹਰ ਸਾਲ ਦੀ ਕੈਪ ਆ ਤੁਹਾਡੇ ਕੋਲੇ ਜੀ $27,000 ਦੀ, ਮਗਰ ਬਚਿਆ ਆਪਣਾ 16,500। ਜੇ ਆਪਾਂ 16,500 ਹਰ ਸਾਲ ਮੈਕਸੀਮਾਈਜ਼ ਕਰੀ ਜਾਈਏ ਆਪਣਾ ਸੁਪਰ, ਤੇ ਜਦੋਂ ਨੂੰ ਆਪਾਂ ਰਿਟਾਇਰ ਹੋਵਾਂਗੇ ਆਪਣੇ ਕੋਲੇ ਕੰਸੀਡਰੇਬਲ ਅਮਾਊਂਟ ਆਫ ਮਨੀ ਹੋਊਗਾ। ਸੋ ਲੋਕਾਂ ਨੂੰ ਮੈਂ ਇਹ ਸਮਝਾਉਣਾ ਚਾਹੁੰਦਾ ਵੀ ਜਿਹੜੇ ਲੋਕ ਅਬਵ ਐਂਡ ਬਿਯੋਂਡ ਜਾਂਦੇ ਆ ਵੀ ਮੈਂ ਇੱਧਰ ਪ੍ਰਾਪਰਟੀ 'ਚ ਪੈਸੇ ਅੜਾਲਾਂ, ਇੱਧਰ ਅੜਾਲਾਂ, ਸੁਪਰ ਇੱਕ ਬਹੁਤ ਸਿੰਪਲ ਮੈਥਡ ਆ। ਵਿਦਆਊਟ ਐਨੀ ਸਿਰਦਰਦੀ ਤੁਸੀਂ ਪੈਸਾ ਸੁਪਰ 'ਚ ਇਨਵੈਸਟ ਕਰ ਸਕਦੇ ਹੋ। ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਉਹ ਪੈਸਾ ਤੁਸੀਂ ਟੈਕਸ ਫ੍ਰੀ ਕਢਾ ਸਕਦੇ ਹੋ। ਸੋ ਗੱਲਾਂ ਤਾਂ ਬਹੁਤ ਕਰਨ ਵਾਲੀਆਂ, ਪਰ ਇਹ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਤੇ ਆਪਾਂ ਇਹ ਜਿਹੜੀਆਂ ਐਡਵਾਈਜ਼ਸ ਇਹਨਾਂ ਤੋਂ ਲੈਂਦੇ ਰਹਾਂਗੇ ਸਮੇਂ ਸਿਰ। ਆਪਾਂ ਇਸ ਸ਼ੋਅ ਦੇ ਥੱਲੇ ਇਹਨਾਂ ਦੀ ਈਮੇਲ ਵੀ ਪਾ ਦਿਆਂਗੇ ਤੇ ਤੁਸੀਂ ਈਮੇਲ ਜ਼ਰੀਏ ਜਦੋਂ ਮਰਜ਼ੀ ਇਹਨਾਂ ਨੂੰ ਕੋਈ ਵੀ ਐਡਵਾਈਸ ਵੀ ਲੈ ਸਕਦੇ ਹੋ, ਜਾਣ ਸਕਦੇ ਹੋ ਇਹਨਾਂ ਤੋਂ ਹੋਰ ਜਿਹੜੀਆਂ ਗੱਲਾਂ ਤੁਸੀਂ ਜਾਣਨੀਆਂ ਚਾਹੋਗੇ। ਪਰ ਮੈਨੂੰ ਜਿੰਨੀਆਂ ਕੁ ਗੱਲਾਂ ਦਾ ਨਹੀਂ ਪਤਾ ਸੀ, ਮੈਂ ਅਕਸਰ ਇਹਨਾਂ ਤੋਂ ਪੁੱਛਦਾ ਰਹਿਣਾ ਤੇ ਮੈਨੂੰ ਉਹਦੇ ਉੱਤੇ ਕਾਫੀ ਬੈਨੀਫਿਟ ਲੱਗਿਆ। ਤੇ ਇਸ ਸ਼ੋਅ ਤੋਂ ਤੁਹਾਨੂੰ ਵੀ ਕਈ ਚੀਜ਼ਾਂ ਦੇ ਸ਼ਾਇਦ ਪਰਦੇ ਲੈ ਗਏ ਹੋਣ। ਕੋਈ ਜਾਂਦੇ ਇਹੋ ਜਿਹੀ ਗੱਲ ਜਿਹੜੀ ਮੈਂ ਕੋਈ ਤੁਸੀਂ ਅਵੇਅਰ ਕਰਨਾ ਚਾਹੁੰਦੇ ਹੋ ਦਰਸ਼ਕਾਂ ਨੂੰ, ਇਹੋ ਜਿਹੀ ਕੋਈ ਗੱਲ ਉਹ ਜ਼ਰੂਰ ਮੈਂ ਪੁੱਛ ਨਹੀਂ ਸਕਿਆ ਹੋਵਾਂ। ਪਹਿਲਾਂ ਤਾਂ ਮੈਂ ਦੋਵੇਂ ਹੱਥ ਜੋੜ ਕੇ ਮਾਫੀ ਮੰਗਣਾ ਚਾਹੁੰਦਾ ਜੇ ਕਿਸੇ ਨੂੰ ਕੋਈ ਵੀ ਸਾਡੀ ਗੱਲ ਦਾ ਬੁਰਾ ਲੱਗਿਆ ਹੋਵੇ। ਜਦੋਂ ਅਸੀਂ ਆਪਣਾ ਭਾਈਚਾਰਾ ਕਹਿੰਦੇ ਆ ਜਾਂ ਕਿਸੇ ਵੀ ਗੱਲ 'ਚ, ਉਹਦੇ 'ਚ ਭਾਈਚਾਰੇ 'ਚ ਹਰ ਪ੍ਰਕਾਰ ਦੇ ਲੋਕ ਹੁੰਦੇ ਆ, ਚੰਗੇ ਬੁਰੇ। ਸੋ ਅਸੀਂ ਕਿਸੇ ਇੱਕ ਵਿਅਕਤੀ ਨੂੰ ਟਾਰਗੇਟ ਨਹੀਂ ਕਰ ਰਹੇ। ਸਾਡਾ ਮੇਨ ਮਕਸਦ ਇਹ ਹੈ ਵੀ ਤੁਸੀਂ ਅਵੇਅਰ ਹੋ। ਜਦੋਂ ਬੰਦਾ ਅਵੇਅਰ ਹੁੰਦਾ ਉਦੋਂ ਹੀ ਬੰਦਾ ਸਹੀ ਡਿਸੀਜਨ ਲੈ ਸਕਦਾ। ਸੋ ਜਾਂਦੇ ਜਾਂਦੇ ਮੈਂ ਸਿਰਫ ਤੁਹਾਨੂੰ ਇਹ ਕਹਿਣਾ ਚਾਹੂੰਗਾ ਜੀ, ਦੋ ਚੀਜ਼ਾਂ ਚੈੱਕ ਕਰਨੀਆਂ ਜਦੋਂ ਕਿਸੇ ਵੀ ਤੁਸੀਂ ਅਕਾਊਂਟੈਂਟ ਤੋਂ ਮਿਲਣਾ। ਇੱਕ ਤਾਂ ਮੇਕ ਸ਼ੋਰ ਕਰਨਾ ਵੀ ਉਹ ਅਕਾਊਂਟੈਂਟ ਇੱਕ ਰਜਿਸਟਰਡ ਟੈਕਸ ਏਜੰਟ ਆ, ਠੀਕ ਹੈ ਜੀ, ਵੀ ਟੈਕਸ ਪ੍ਰੈਕਟੀਸ਼ਨਰਸ ਬੋਰਡ ਨਾਲ ਰਜਿਸਟਰਡ ਆ। ਤੇ ਦੂਜੀ ਗੱਲ, ਉਹਨਾਂ ਦੀਆਂ ਕੁਆਲੀਫਿਕੇਸ਼ਨਸ ਕੀ ਆ। ਜਿਵੇਂ ਮੈਂ ਇੱਕ ਚਾਰਟਰਡ ਅਕਾਊਂਟੈਂਟ ਆ, ਬਹੁਤ ਸਾਰੇ ਅਕਾਊਂਟੈਂਟ CPA ਆ, ਸਰਟੀਫਾਈਡ ਪ੍ਰੈਕਟਿਸਿੰਗ ਅਕਾਊਂਟੈਂਟਸ, ਤੇ ਹੋਰ ਵੀ ਕਈ ਪ੍ਰਕਾਰ ਦੇ ਅਕਾਊਂਟੈਂਟ ਆਉਂਦੇ ਆ। ਤੇ ਇਹ ਸੋਚ ਕੇ ਜਾਣਾ ਵੀ ਜਿਹੜੇ ਬੰਦੇ ਕੋਲੇ ਮੈਂ ਜਾ ਰਿਹਾ ਕਿ ਉਹ ਮੇਰੇ ਸਵਾਲਾਂ ਦੇ ਜਵਾਬ ਦੇ ਦੂਗਾ। ਕਿਉਂਕਿ ਕਈ ਵਾਰੀ ਕੀ ਹੁੰਦਾ, ਆਪਾਂ ਇਹੋ ਜਿਹੇ ਬੰਦੇ ਕੋਲੇ ਜਾ ਵੜਦੇ ਆ, ਨਵੇਂ ਬੰਦੇ ਕੋਲੇ, ਜਿਨ੍ਹਾਂ ਕੋਲੇ ਹਰ ਇੱਕ ਚੀਜ਼ ਦਾ ਜਵਾਬ ਨਹੀਂ ਹੁੰਦਾ। ਸੋ ਐਕਸਪੀਰੀਅੰਸ ਉਸ ਕੈਟੇਗਰੀ 'ਚ ਬਹੁਤ ਮੈਟਰ ਕਰਦਾ। ਸੋ ਅਗੇਨ, word of mouth is a very good way of getting referrals from people। ਜੇ ਤੁਹਾਨੂੰ ਕਿਸੇ ਆਪਦੇ ਰਿਸ਼ਤੇਦਾਰ ਨੇ ਕਿਹਾ ਵੀ ਮੇਰਾ ਅਕਾਊਂਟੈਂਟ ਵਧੀਆ, ਤਾਂ ਜ਼ਰੂਰ ਉਹਨਾਂ ਕੋਲੇ ਜਾਓ। ਬਟ ਜੇ ਤੁਹਾਨੂੰ ਵਧੀਆ ਅਕਾਊਂਟੈਂਟ ਦੀ ਗੱਲ ਵਧੀਆ ਨਾ ਲੱਗੇ ਤਾਂ ਤੁਸੀਂ ਕਿਸੇ ਹੋਰ ਅਕਾਊਂਟੈਂਟ ਤੋਂ ਇੱਕ ਸੈਕਿੰਡ ਓਪੀਨੀਅਨ ਲੈ ਸਕਦੇ ਹੋ। ਬਸ ਇਹੀ ਗੱਲਾਂ ਸੀ ਜੀ। ਤੁਸੀਂ ਸਾਨੂੰ ਮੌਕਾ ਦਿੱਤਾ ਆਪਦੇ ਸ਼ੋਅ 'ਤੇ ਆਉਣ ਦਾ, ਬਹੁਤ ਬਹੁਤ ਧੰਨਵਾਦ। ਅੱਗੇ ਜੇ ਲੋੜ ਪੈਂਦੀ ਰਹੀ ਜੀ ਅਸੀਂ ਸੇਵਾ 'ਚ ਹਾਜ਼ਰ ਹੋਵਾਂਗੇ। ਬਿਲਕੁਲ ਜੀ, ਬਿਲਕੁਲ। ਦੇਖੋ ਬਹੁਤ ਸਾਰੀਆਂ ਗੱਲਾਂ ਰਹਿ ਵੀ ਗਈਆਂ ਪੁੱਛਣ ਕਰਨੀਆਂ, ਤੇ ਤੁਹਾਡੇ ਸਵਾਲਾਂ ਦਾ ਸਾਨੂੰ ਇੰਤਜ਼ਾਰ ਰਹੂਗਾ। ਤੇ ਜ਼ਰੂਰ ਤੁਸੀਂ ਜੁੜਿਓ। ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਕੋਈ ਵੀ ਇਨਫੋਰਮੇਸ਼ਨ ਹੋਵੇ ਉਹੀ ਪਾਸ ਆਨ ਕਰਨਾ। ਮਾੜੀ ਗੱਲ ਛੱਡ ਦਿਓ, ਚੰਗੀ ਗੱਲ ਸਾਂਝੀ ਕਰ ਦਿਓ, ਆਪਦੇ ਕੋਲੇ ਰੱਖ ਲਿਓ ਤੇ ਉਹਦਾ ਬੈਨੀਫਿਟ ਉਠਾ ਲਿਓ। ਸੋ ਮਾਨਵਜੋਤ ਸਿੰਘ ਬਰਾੜ ਇਸ ਟਾਈਮ ਮੈਲਬਨ ਦੇ ਵਿੱਚ ਜਿਹੜਾ ਟਾਰਨਟ ਏਰੀਏ ਦੇ ਵਿੱਚ ਰਹਿ ਰਹੇ ਆ। ਤੇ ਮੈਂ ਇਹਨਾਂ ਦਾ ਜਿਹੜੀ ਈਮੇਲ ਤੇ ਉਹ ਜਿਹੜੀ ਅਸੀਂ ਇਹਦੇ ਥੱਲੇ ਜਿਹੜੀ ਸ਼ੇਅਰ ਕਰ ਦਿਆਂਗੇ।
ਤੇ ਸਾਡੇ ਜਿਹੜੇ ਦਰਸ਼ਕ ਆ ਉਹ ਕਾਫੀ ਤੰਗ ਵੀ ਕਰਦੇ ਹੁੰਦੇ ਆ, ਸਵਾਲ ਬਹੁਤ ਆਉਣਗੇ ਤੇ ਕਈ ਵਾਰੀ ਸਾਡੇ ਨਾਲ ਆ ਤਾਂ ਜਾਂਦੇ ਆ ਸ਼ੋਅ 'ਚ ਲੋਕ, ਫਿਰ ਉਹ ਐਂ ਭੱਜ ਜਾਂਦੇ ਆ ਵੀ ਤੰਗ ਬਹੁਤ ਕਰਦੇ ਆ ਲੋਕ। ਸੋ ਥੋੜੀ ਜੀ ਸਮਾਜ ਸੇਵਾ 'ਚ ਜ਼ਰੂਰ ਆਪਦਾ ਦਸਵੰਧ ਪਾਇਆ ਕਰੋ, ਜ਼ਰੂਰ ਉਹਨਾਂ ਨਾਲ ਜੁੜਿਆ ਕਰੋ। ਸੋ ਮਿਲਦੇ ਹਾਂ ਜੀ ਕਿਸੇ ਅਗਲੇ ਸ਼ੋਅ 'ਚ, ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।